This program is sponsored by Prime Link Express, Gurmeet Mali, Union Truck Stop, Bakersfield, Sukhi Kuman. ਨਮਸਕਾਰ, ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕਮਰ ਸੰਧੂ ਔਰ ਤੁਹਾਡਾ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਇਹ ਲਾਈਵ ਸ਼ੋਅ ਅਸੀਂ ਤੁਹਾਡੀ ਸੇਵਾ 'ਚ ਹਫ਼ਤੇ 'ਚ 3 ਦਿਨ ਪੇਸ਼ ਕਰਦੇ ਹਾਂ। ਇਸ ਨੂੰ ਤੁਸੀਂ ਬਾਸ ਟੀਵੀ ਤੇ ਗਰਬ ਪੰਜਾਬ ਦੇ ਉੱਤੇ ਦੇਖ ਸਕਦੇ ਜੇ। ਬਾਸ ਟੀਵੀ IPTV ਦੇ ਉੱਤੇ ਉਪਲਬਧ ਆ ਔਰ ਗਰਬ ਪੰਜਾਬ US ਯੂਨਾਈਟਿਡ ਸਟੇਟਸ ਦੇ ਵਿੱਚ ਸਲਿੰਗ ਦੇ ਉੱਪਰ ਤੁਸੀਂ ਦੇਖ ਸਕਦੇ ਜੇ। ਇਸ ਵੇਲੇ ਅਸੀਂ ਗਰਬ ਪੰਜਾਬ ਤੇ ਬਾਸ ਟੀਵੀ ਦੋਵਾਂ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਹੈ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਬੁੱਧਵਾਰ ਦੀ ਸ਼ਾਮ, ਭਾਰਤ ਦੇ ਵਿੱਚ ਹੈ ਵੀਰਵਾਰ ਦੀ ਸਵੇਰ ਤੇ ਆਸਟ੍ਰੇਲੀਆ 'ਚ ਦੁਪਹਿਰ ਹੋਣ ਜਾ ਰਹੀ ਹੈ। ਨਾਨਕਸ਼ਾਹੀ ਸੰਮਤ 552 ਦੀ ਅੱਜ ਹਾੜ ਦੀ 26 ਤਰੀਕ ਹੈ। ਸਾਡੇ ਅੱਜ ਦੇ ਸ਼ੋਅ ਦੇ ਦੋ ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਗੁਰਮੀਤ ਮੱਲੀ ਅਤੇ ਯੂਨੀਅਨ ਵਿਲੇਜ ਟਰੱਕ ਸਟਾਪ ਬੇਕਰਸਫੀਲਡ ਸੁਖੀ ਘੁੰਮਣ। ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ। ਅਕਾਲੀ ਦਲ ਬਾਦਲ ਵਾਸਤੇ, ਸੁਖਬੀਰ ਸਿੰਘ ਬਾਦਲ ਵਾਸਤੇ, ਪ੍ਰਕਾਸ਼ ਸਿੰਘ ਬਾਦਲ ਵਾਸਤੇ ਇੱਕ ਬੜੀ ਵੱਡੀ ਚੁਣੌਤੀ ਸਾਹਮਣੇ ਆ ਖੜੀ ਹੋਈ ਆ। ਸੁਖਦੇਵ ਸਿੰਘ ਢੀਂਡਸਾ ਜਿਹੜੇ ਇੱਕ ਸੀਨੀਅਰ ਅਕਾਲੀ ਲੀਡਰ ਨੇ ਔਰ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਇੱਕ ਵੱਖਰਾ ਅਕਾਲੀ ਦਲ ਬਣਾ ਲਿਆ। ਇਹ ਹੈ ਅਕਾਲੀ ਦਲ ਡੈਮੋਕ੍ਰੈਟਿਕ ਔਰ ਉਹ ਆਪ ਇਸ ਦੇ ਸੁਖਦੇਵ ਸਿੰਘ ਢੀਂਡਸਾ ਇਸ ਦੇ ਪ੍ਰਧਾਨ ਨੇ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਵਜ਼ਾਰਤ ਦੇ ਵਿੱਚ ਵਿੱਤ ਮੰਤਰੀ ਸਨ, ਸੀਨੀਅਰ ਅਹੁਦਿਆਂ ਤੇ ਰਹੇ ਆ। ਸੁਖਦੇਵ ਸਿੰਘ ਢੀਂਡਸਾ ਖੁਦ ਕਈ ਵਾਰੀ MLA ਬਣੇ, ਕਈ ਵਾਰੀ MP ਬਣੇ ਔਰ ਬਹੁਤ ਸੀਨੀਅਰ ਲੀਡਰਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਵਾ। ਅੱਜ ਆਪਾਂ ਗੱਲ ਕਰਾਂਗੇ ਕਿ ਕੀ ਸ਼੍ਰੋਮਣੀ ਅਕਾਲੀ ਦਲ ਢੀਂਡਸਾ, ਆਪਾਂ ਅੱਜ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਹੀ ਕਵਾਂਗੇ ਕਿਉਂਕਿ ਇੱਕ ਨਵਾਂ ਅਕਾਲੀ ਦਲ ਆ, ਇਹ ਇੱਕ ਮੁੱਖ ਅਕਾਲੀ ਦਲ ਦੀ ਭੂਮਿਕਾ ਨਿਭਾ ਸਕੇਗਾ। ਇਹ ਕੀ ਮੁੱਖ ਅਕਾਲੀ ਦਲ ਵਜੋਂ ਉੱਭਰ ਕੇ ਉੱਪਰ ਆ ਸਕੇਗਾ? ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ। ਕੀ ਢੀਂਡਸਾ ਅਕਾਲੀ ਦਲ ਬਾਦਲ ਅਕਾਲੀ ਦਲ ਨੂੰ ਮਾਤ ਦੇ ਸਕੇਗਾ? ਇਹਦੇ ਤੇ ਆਪਾਂ ਅੱਜ ਗੱਲਬਾਤ ਕਰਨੀ ਆ। ਇਸ ਵੇਲੇ ਕਰੀਬ 4 ਅਕਾਲੀ ਦਲ ਆਪਣੇ ਸਾਹਮਣੇ ਨੇ। ਅਕਾਲੀ ਦਲ ਬਾਦਲ, ਹੁਣ ਅਕਾਲੀ ਦਲ ਡੈਮੋਕ੍ਰੈਟਿਕ ਜਾਂ ਅਕਾਲੀ ਦਲ ਢੀਂਡਸਾ, ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ 1920। ਛੋਟੇ ਮੋਟੇ ਹੋਰ ਵੀ ਹੋਣਗੇ ਲੇਕਿਨ ਇਹ 4 ਧੜੇ ਤੇ ਹੈ ਹੀ ਹੈ। ਕੀ ਅਕਾਲੀ ਦਲ ਢੀਂਡਸਾ ਜਾਂ ਅਕਾਲੀ ਦਲ ਡੈਮੋਕ੍ਰੈਟਿਕ ਜੇ ਕਹੀਏ, ਇਹ ਮੁੱਖ ਅਕਾਲੀ ਦਲ ਵਜੋਂ ਉੱਭਰ ਕੇ ਆ ਸਕੂਗਾ? ਬਾਦਲ ਅਕਾਲੀ ਦਲ ਨੂੰ ਇਹ ਮਾਤ ਦੇ ਸਕੂਗਾ ਉਹਨਾਂ ਵਾਸਤੇ? ਸੋ ਅਕਾਲੀ ਦਲ ਬਾਦਲ ਵਾਸਤੇ ਇੱਕ ਨਵੀਂ ਵੱਡੀ ਚੁਣੌਤੀ ਆਪਣੇ ਸਾਹਮਣੇ ਆ। ਤੁਸੀਂ ਆਪਣੇ ਵਿਚਾਰ ਦੇਣ ਵਾਸਤੇ ਸਾਡੇ 2 ਨੰਬਰਸ ਤੇ ਕਾਲ ਕਰ ਸਕਦੇ ਹੋ। ਦੋਵੇਂ ਨੰਬਰਸ ਤੁਹਾਡੇ ਸਕਰੀਨ ਦੇ ਉੱਤੇ ਲਗਾਤਾਰ ਆ ਰਹੇ ਆ। ਅਮਰੀਕਾ ਦਾ ਨੰਬਰ ਹੈ 7187753585 ਔਰ ਇੱਕ ਚੰਡੀਗੜ੍ਹ ਦਾ ਨੰਬਰ ਆ। ਪਹਿਲਾਂ ਇੰਡੀਆ ਦਾ ਕੋਡ 011, ਫਿਰ ਚੰਡੀਗੜ੍ਹ ਦਾ ਕੋਡ 172 ਔਰ ਫਿਰ ਚੰਡੀਗੜ੍ਹ ਦਾ ਨੰਬਰ ਡਾਇਲ ਕਰੋ 47844401। ਕੀ ਅਕਾਲੀ ਦਲ ਢੀਂਡਸਾ ਮੁੱਖ ਅਕਾਲੀ ਦਲ ਵਜੋਂ ਉੱਭਰ ਕੇ ਸਾਹਮਣੇ ਆ ਸਕੇਗਾ? ਇਹਦੇ ਤੇ ਆਪਾਂ ਅੱਜ ਗੱਲਬਾਤ ਕਰਨੀ ਆ। ਮੈਂ ਥੋੜਾ ਜਿਹਾ ਬੈਕਗਰਾਉਂਡ ਵੀ ਦੱਸੂਗਾ ਕਿ ਇਹ ਸਾਰਾ ਕੁਝ ਕਿਉਂ ਹੋਇਆ, ਕਿਵੇਂ ਹੋਇਆ। ਜਿਹੜੇ ਲੀਡਰ ਢੀਂਡਸਾ ਦੇ ਨਾਲ ਇਸ ਵੇਲੇ ਨੇ, ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਉਹ ਨੇ ਜਗਦੀਸ਼ ਸਿੰਘ ਗਰਚਾ, ਬਲਵੰਤ ਸਿੰਘ ਰਾਮੂਵਾਲੀਆ, ਬਹੁਤ ਸਾਰੇ ਬਾਹਰ ਵਾਸਤੇ ਪੰਜਾਬੀ ਉਹਨਾਂ ਨਾਲ ਕਾਫੀ ਜਾਣੂ ਨੇ, ਵੀਰ ਦਵਿੰਦਰ ਸਿੰਘ, ਵੈਸੇ ਤਾਂ ਕਈ ਪਾਰਟੀਆਂ ਦੇ ਵਿੱਚ ਰਹਿ ਚੁੱਕੇ ਨੇ ਲੇਕਿਨ ਚੰਗੇ ਬੁਲਾਰੇ ਨੇ, ਸੇਵਾ ਸਿੰਘ ਸੇਖਵਾਂ ਔਰ ਮਨਜੀਤ ਸਿੰਘ ਜੀ ਕੇ। ਸੇਵਾ ਸਿੰਘ ਸੇਖਵਾਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਟਕਸਾਲੀ ਅਕਾਲੀ ਦਲ ਦੇ ਵਿੱਚ ਰਹੇ ਨੇ ਔਰ ਹੁਣ ਵੀਰ ਦਵਿੰਦਰ ਔਰ ਸੇਵਾ ਸਿੰਘ ਇਹ ਦੋਵੇਂ ਅਕਾਲੀ ਦਲ ਟਕਸਾਲੀ ਛੱਡ ਕੇ ਇਹਨਾਂ ਨੇ ਢੀਂਡਸੇ ਦਾ ਹੱਥ ਫੜਿਆ ਵਾ। ਨਵੇਂ ਅਕਾਲੀ ਦਲ ਨੇ 13 ਪੁਆਇੰਟ ਦਾ ਇੱਕ ਸੰਕਲਪ ਪੱਤਰ ਵੀ ਰਿਲੀਜ਼ ਕੀਤਾ, 13 ਪੁਆਇੰਟ ਪ੍ਰੋਗਰਾਮ ਵੀ ਇੱਕ ਰਿਲੀਜ਼ ਕੀਤਾ ਵਾ। ਉਹ 13 ਪੁਆਇੰਟ ਕੀ ਨੇ ਉਹ ਵੀ ਮੈਂ ਤੁਹਾਨੂੰ ਦੱਸੂਗਾ। ਮੈਂ ਮਾੜਾ ਜਿਹਾ ਸੁਖਦੇਵ ਸਿੰਘ ਢੀਂਡਸਾ ਬਾਰੇ ਵੀ ਜਾਣਕਾਰੀ ਦੇ ਦੇਵਾਂ। ਸਭ ਤੋਂ ਪਹਿਲਾਂ ਉਹ 1972 ਚ ਆਜ਼ਾਦ ਉਮੀਦਵਾਰ ਵੱਲੋਂ MLA ਬਣੇ ਸਨ। ਧਨੌਲਾ ਤੋਂ ਉਹਨਾਂ ਨੇ ਇਲੈਕਸ਼ਨ ਲੜੀ ਸੀ ਔਰ ਉਸ ਤੋਂ ਬਾਅਦ ਫਿਰ ਸੁਨਾਮ ਉਹਨਾਂ ਨੇ ਆਪਣੀ ਸੀਟ ਸ਼ਿਫਟ ਕਰ ਲਈ। ਸੋ ਅੱਜ ਮਸਲਾ ਵਾ ਕਿ ਕੀ ਢੀਂਡਸਾ ਬਾਦਲ ਖਿਲਾਫ ਕਾਮਯਾਬ ਹੋ ਸਕਣਗੇ? ਕੀ ਉਹ ਕਰ ਸਕਣਗੇ ਜੋ ਜਥੇਦਾਰ ਗੁਰਚਰਨ ਸਿੰਘ ਟੌਹਰਾ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ ਹੁਣ ਤੱਕ ਪੰਜਾਬ ਦੀ ਸਿਆਸਤ ਦੇ ਵਿੱਚ ਨਹੀਂ ਕਰ ਸਕੇ? ਮੈਂ ਇਹ ਸਾਰੇ ਬੈਕਗਰਾਉਂਡ ਵੀ ਤੁਹਾਨੂੰ ਦੱਸੂਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਇਸ ਪ੍ਰੋਗਰਾਮ ਜੁੜਨ ਵਾਸਤੇ
ਸਾਡੇ ਦੋ ਨੰਬਰਸ ਤੇ ਕਾਲ ਕਰ ਸਕਦੇ ਜੇ 7187753585 ਅਮਰੀਕਾ ਦਾ ਨੰਬਰ ਹੈ ਔਰ ਚੰਡੀਗੜ੍ਹ ਦਾ ਨੰਬਰ ਹੈ 47844001। ਅੱਜ ਆਪਾਂ ਇੱਕ ਬਹੁਤ ਦਿਲਚਸਪ ਮਸਲੇ ਤੇ ਗੱਲ ਕਰਨੀ ਹੈ। ਪੰਜਾਬ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਮੈਂ ਕਹੂੰਗਾ ਇੱਕ ਤਰੀਕੇ ਦਾ ਭੁਚਾਲ ਆਇਆ ਵਾ। ਸੁਖਦੇਵ ਸਿੰਘ ਢੀਂਡਸਾ, ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦਾ ਕੀ ਮੁਕਾਬਲਾ ਕਰ ਸਕਣਗੇ, ਇਹਦੇ ਤੇ ਆਪਾਂ ਅੱਜ ਵਿਚਾਰ ਚਰਚਾ ਕਰਨੀ ਆ। ਕੁਝ ਸੱਜਣ ਆਲਰੇਡੀ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਜੁੜ ਗਏ ਨੇ, ਉਹਨਾਂ ਦੇ ਕਮੈਂਟਸ ਵੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰੂੰਗਾ। ਮੈਂ ਫਿਰ ਦੱਸ ਦੇਵਾਂ ਕਿ ਅੱਜ ਆਪਾਂ ਗੱਲ ਕਰ ਰਹੇ ਹਾਂ ਅਕਾਲੀ ਦਲ ਦੀ। ਕੀ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਬਾਦਲ ਅਕਾਲੀ ਦਲ ਦਾ ਨੂੰ ਮਾਤ ਕਰ ਸਕੇਗਾ, ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ। ਤੁਸੀਂ ਕਾਲ ਕਰਕੇ ਸਾਡੇ ਨਾਲ ਇਸ ਮਸਲੇ ਤੇ ਆਪਣੇ ਵਿਚਾਰ ਵੀ ਦੇ ਸਕਦੇ ਜੇ। ਮੈਂ ਦੱਸ ਦੇਵਾਂ ਕਿ ਸਾਡੇ ਨਾਲ ਇਸ ਵੇਲੇ ਜਿਹੜੇ ਲੋਕੀ ਜੁੜੇ ਨੇ ਉਹਨਾਂ ਦੇ ਵਿਊਜ਼ ਵੀ ਤੁਹਾਡੇ ਨਾਲ ਮੈਂ ਸਾਂਝੇ ਕਰੂੰਗਾ। ਇਸ ਵੇਲੇ ਆਲਮੋਸਟ 3 ਕਮੈਂਟ ਸਾਨੂੰ ਸਾਡੇ ਕੋਲ ਆ ਗਏ ਨੇ। ਜਤਿੰਦਰ ਸਿੰਘ, ਪੂਰਨਜੀਤ ਸਿੰਘ ਔਰ ਬੌਬੀ ਸਿੰਘ। ਮੈਂ ਦੱਸਣਾ ਚਾਹੁੰਦਾ ਵਾਂ ਕਿ ਅੱਗੇ ਅਕਾਲੀ ਦਲ ਦੇ ਵਿੱਚ ਪਾੜ ਕਿਦੋਂ ਪਿਆ। ਸਭ ਤੋਂ ਪਹਿਲੋਂ ਬਾਦਲ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਲਵੰਡੀ, ਜਗਦੇਵ ਸਿੰਘ ਤਲਵੰਡੀ ਵੱਡੇ ਲੀਡਰ ਮੰਨੇ ਜਾਂਦੇ ਸੀ। ਉਹ ਬਾਦਲ ਸ਼੍ਰੋਮਣੀ ਪ੍ਰਕਾਸ਼ ਸਿੰਘ ਬਾਦਲ ਤੋਂ ਵੱਖ ਹੋਏ ਸਨ। ਮੈਂ ਦੱਸਣਾ ਚਾਹੁੰਦਾ ਵਾਂ ਕਿ ਇੱਕ ਵੇਲਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਤਲਵੰਡੀ ਤੇ ਗੁਰਚਰਨ ਸਿੰਘ ਟੌਹੜਾ ਨੂੰ ਟ੍ਰਾਈਮਵਰੇਟ ਵੀ ਇਹ 3 ਵੱਡੇ ਲੀਡਰ ਆ, ਇਹ ਮੰਨਿਆ ਜਾਂਦਾ ਸੀ। ਫਿਰ 1980 ਦੇ ਵਿੱਚ ਜਗਦੇਵ ਸਿੰਘ ਤਲਵੰਡੀ ਵੱਖਰੇ ਹੋਏ, ਉਹਨਾਂ ਨੇ ਇੱਕ ਆਪਣਾ ਅਕਾਲੀ ਦਲ ਬਣਾਇਆ, ਅਕਾਲੀ ਦਲ ਤਲਵੰਡੀ, ਲੇਕਿਨ ਉਹ ਕਾਮਯਾਬ ਨਹੀਂ ਹੋ ਸਕਿਆ ਔਰ ਅਖੀਰ ਜਗਦੇਵ ਸਿੰਘ ਤਲਵੰਡੀ ਵਾਪਸ ਬਾਦਲ ਧੜੇ ਦੇ ਨਾਲ ਆ ਗਏ ਔਰ ਫਿਰ ਉਹ 1990 ਦੇ ਕਰੀਬ ਉਹਨਾਂ ਨੂੰ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਔਰ ਬਾਅਦ ਦੇ ਵਿੱਚ ਉਹ 2001 ਦੇ ਵਿੱਚ SGPC ਦੇ ਵੀ ਥੋੜੀ ਦੇਰ ਵਾਸਤੇ ਪ੍ਰਧਾਨ ਰਹੇ। ਇਸ ਤੋਂ ਬਾਅਦ ਜਥੇਦਾਰ ਟੌਹੜਾ ਵੀ ਬਾਦਲ ਸਾਹਿਬ ਤੋਂ ਅੱਡ ਹੋਏ 1999 ਦੇ ਵਿੱਚ, ਜਦੋਂ ਖਾਲਸਾ ਦਿਵਸ ਮਨਾਇਆ ਜਾ ਰਿਹਾ ਸੀ, 3 ਸਾਲਾ ਖਾਲਸਾ ਦਿਵਸ, ਔਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਸਰਵ ਹਿੰਦ ਅਕਾਲੀ ਦਲ। ਲੇਕਿਨ ਔਰ ਉਹਨਾਂ ਨੇ 2002 ਦੀਆਂ ਚੋਣਾਂ ਵੀ ਲੜੀਆਂ, ਲੇਕਿਨ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ ਔਰ ਅਖੀਰ 2003 ਦੇ ਵਿੱਚ ਉਹਨਾਂ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਪੈਚਅਪ ਕਰ ਲਿਆ। ਇੱਕ ਹੋਰ ਵੀ ਟਾਈਮ ਆਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਤੋਂ ਪਾਸੇ ਹੋਏ ਸਨ, ਉਹ ਸੀ 1984 ਆਪਰੇਸ਼ਨ ਬਲੂ ਸਟਾਰ ਔਰ ਪੰਜਾਬ ਅਕਾਰਡ ਤੋਂ ਬਾਅਦ। ਉਹਦੇ ਬਾਰੇ ਵੀ ਮੈਂ ਗੱਲ ਕਰੂੰਗਾ, ਤੁਹਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰੂੰਗਾ, ਪਰ ਉਸ ਤੋਂ ਪਹਿਲਾਂ ਆਪਾਂ ਪਹਿਲੀ ਕਾਲ ਲੈਣੇ ਦੇਖਦੇ ਹਾਂ। ਪਹਿਲੇ ਕਾਲਰ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਬਾਰੇ ਕੀ ਵਿਚਾਰ ਰੱਖਦੇ ਆ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਜੀ, ਪ੍ਰੇਮਪੁਰਾ ਜੀ ਬੋਰੇ। ਦਰਸ਼ਨ ਸਿੰਘ ਧਾਲੀਵਾਲ ਜੀ। ਹਾਂਜੀ, ਧਾਲੀਵਾਲ ਸਾਹਿਬ, ਕੀ ਵਿਚਾਰ ਨੇ ਤੁਹਾਡੇ? ਦੇਖੋ, ਮੇਰਾ ਤਾਂ ਵਿਚਾਰ ਇਹ ਆ ਜੀ ਕਿ ਇਹ ਉਹਨਾਂ ਦੀਆਂ ਵੋਟਾਂ ਜ਼ਰੂਰ ਖਰਾਬ ਕਰ ਸਕਦੇ ਆ। ਅਕਾਲੀ ਦਲ ਦੀਆਂ ਬਾਣੀਆਂ ਬਣਾਉਣਾ ਤਾਂ ਇਹਨਾਂ ਦਾ ਕੀ ਆ। ਅੱਛਾ, ਰਾਈਟ। ਮੇਨ ਅਕਾਲੀ ਦਲ ਨੂੰ ਨੁਕਸਾਨ ਜ਼ਰੂਰ ਪਹੁੰਚਾ ਜਾਣਗੇ, ਉਹਦਾ ਕਾਂਗਰਸ ਨੂੰ ਫਾਇਦਾ ਹੋ ਜੂ, ਜਾਂ ਹੋ ਸਕਦਾ ਕੋਈ ਹੋਰ ਥਰਡ ਫਰੰਟ ਆ ਗਿਆ ਉਹਨਾਂ ਨੂੰ ਫਾਇਦਾ ਹੋ ਜੂ। ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਵੀ ਟੌਹੜਾ ਸਾਹਿਬ ਦਾ ਪ੍ਰਭਾਵ ਇੱਕ ਵੱਖਰਾ ਸੀ। ਟੌਹੜਾ ਸਾਹਿਬ ਕੋਲੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੀ, ਉਹਨਾਂ ਨੇ ਬਹੁਤ ਲੋਕ ਉਦੋਂ ਅਪੁਆਇੰਟ ਕਰਾਏ, ਉੱਥੇ ਸ਼੍ਰੋਮਣੀ ਕਮੇਟੀ ਜੋਬਾਂ ਦਵਾਈਆਂ, ਉਹਨਾਂ ਦੀ ਗੱਲ ਹੋਰ ਸੀ। ਸੈਕੰਡਲੀ, ਤੁਸੀਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੇਖੋ ਕਿ ਇਹ ਢੀਂਡਸਾ ਸਾਹਿਬ ਆਪ ਵੀ ਹਾਰੇ ਆ, ਫਿਰ ਇਹਨਾਂ ਦਾ ਲੜਕਾ ਵੀ ਹਾਰਿਆ। ਉਹ ਬਾਦਲ ਦੇ ਦੋਨੋਂ ਉਹ ਮੁੰਡਾ ਨੂੰ ਜਿੱਤ ਗਏ ਨੇ। ਇਹਦਾ ਮਤਲਬ ਉਹਨਾਂ ਦਾ ਇਹਨਾਂ ਨਾਲੋਂ ਕਿਤੇ ਨਾ ਕਿਤੇ ਪ੍ਰਭਾਵ ਜ਼ਿਆਦਾ। ਹਾਂ, ਜੇ ਭਾਜਪਾ ਢੀਂਡਸਾ ਨਾਲ ਸਮਝੌਤਾ ਕਰ ਗਈ ਫਿਰ ਉਹਦਾ ਭਾਜਪਾ ਨੂੰ ਫਾਇਦਾ ਹੋ ਜੂ, ਇਹਨਾਂ ਨੂੰ ਫਿਰ ਨਹੀਂ ਫਾਇਦਾ ਹੋਣਾ ਜੀ, ਕਿਉਂਕਿ ਪਿੰਡਾਂ ਵਾਲਿਆਂ ਨੇ ਭਾਜਪਾ ਨੂੰ ਵੋਟ ਨਹੀਂ ਪਾਉਣੀ। ਧਾਲੀਵਾਲ ਸਾਹਿਬ, ਦਰਸ਼ਨ ਸਿੰਘ ਜੀ, ਮੈਂ ਤੁਸੀਂ ਕਿਹਾ ਵਾ ਕਿ ਟੌਹੜਾ ਸਾਹਿਬ ਦੀ ਗੱਲ ਹੋਰ ਸੀ, ਉਹਨਾਂ ਦਾ ਪ੍ਰਭਾਵ ਜ਼ਿਆਦਾ ਸੀ, ਪਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਜਦੋਂ 1999 ਦੇ ਵਿੱਚ ਟੌਹੜਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੋਂ ਅੱਡ ਹੋਏ ਤੇ ਸਰਵ ਹਿੰਦ ਅਕਾਲੀ ਦਲ ਬਣਾਇਆ, ਉਹਨਾਂ ਨੂੰ ਵੀ ਕੋਈ ਕਾਮਯਾਬੀ ਨਹੀਂ ਮਿਲੀ, ਕਿਉਂਕਿ ਉਦੋਂ ਤੋਂ ਉਹ ਨਹੀਂ ਮਿਲੀ ਨਾ ਜੀ। ਉਦੋਂ ਫਿਰ ਕਿਉਂਕਿ ਬਾਦਲ ਸਾਹਿਬ ਕੰਟਰੋਲ ਕਰ ਗਏ ਨਾ, ਉਸ ਵੇਲੇ ਸਾਰਾ ਕੁਝ ਜਿਹੜਾ ਉਦੋਂ ਰੌਲਾ ਇਹੀ ਪਿਆ ਸੀ ਨਾ, ਕਿਸੇ ਬੰਦੇ ਨੇ ਉਹਨਾਂ ਦੇ ਨੇ ਇਹ ਕਹਿ ਦਿੱਤਾ ਕਿ ਦੋਨੋਂ ਉਹਦੇ ਨਹੀਂ ਚਾਹੀਦੇ ਬਾਦਲ ਸਾਹਿਬ ਕੋਲੇ ਨਾ ਪ੍ਰਧਾਨਗੀ, ਤੇ ਰੌਲਾ ਤਾਂ ਉੱਥੋਂ ਪਿਆ ਸੀ ਨਾ ਜੀ।
ਤੇ ਉਹ ਕਿਉਂਕਿ ਉਹ ਟੌੜਾ ਸਾਹਿਬ ਦਾ ਬੰਦਾ ਸੀ, ਇਹਨਾਂ ਨੇ ਬਾਦਲ ਸਾਹਿਬ ਨੇ ਰਾਤੋਂ ਰਾਤ DC ਪਟਿਆਲਾ ਤੇ ਸਾਰੇ ਟੌੜਾ ਸਾਹਿਬ ਦੇ ਬੰਦੇ ਬਦਲਤੇ ਜੀ। ਅਖੀਰ ਚ ਟੌੜਾ ਸਾਹਿਬ ਨੂੰ ਵੀ ਆਉਣਾ ਤਾਂ ਇਹਨਾਂ ਕੋਲੇ ਪਿਆ, ਵਾਪਸ ਆਉਣਾ ਪਿਆ, ਬਿਲਕੁਲ ਠੀਕ। ਤੇ ਇਹਨਾਂ ਦਾ ਮੇਰਾ ਖਿਆਲ ਨਹੀਂ ਜੀ ਕੁਝ ਬਣਨਾ। ਆਪਾਂ ਪਹਿਲਾਂ ਦੇਖ ਲਿਆ ਉਧਰ ਬ੍ਰਹਮਪੁਰਾ ਹੋਣੀ ਜਾਂ ਉਹਨਾਂ, ਹਾਲਾਂਕਿ ਉਹ ਵੀ 3 ਵੱਡੇ ਲੀਡਰ ਇਕੱਠੇ ਹੋਏ ਸੀ। ਕੀ ਹੋਇਆ ਪਿਛਲੀਆਂ ਚੋਣਾਂ ਦੇ ਵਿੱਚ ਜੀ, ਰਾਈਟ, ਉਹ ਬੀਬੀ ਨੂੰ ਜਿਤਾ ਨਹੀਂ ਸਕੇ, ਉਹ ਰਾਈਟ, ਬਿਲਕੁਲ ਠੀਕ। ਉੱਥੋਂ ਬੀਬੀ ਖਾਲੜਾ ਨੂੰ, ਜਿਹਦੀ ਐਡੀ ਵੱਡੀ ਕੁਰਬਾਨੀ ਵੀ ਸੀ। ਮੇਰਾ ਖਿਆਲ ਨਹੀਂ ਜੀ ਕੁਝ ਬਣੇਗਾ। ਮਿਹਰਬਾਨੀ, ਥੈਂਕ ਯੂ ਦਰਸ਼ਨ ਸਿੰਘ ਜੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ 1999 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਅੱਡ ਹੋਏ, ਸਰਵ ਹਿੰਦ ਅਕਾਲੀ ਦਲ ਬਣਾਇਆ। ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ SGPC ਤੋਂ ਵੀ ਲਾ ਦਿੱਤਾ, ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ। ਔਰ 2002 ਦੀਆਂ ਚੋਣਾਂ ਦੇ ਵਿੱਚ ਸਰਵ ਹਿੰਦ ਅਕਾਲੀ ਦਲ ਬਹੁਤਾ ਕਾਮਯਾਬ ਨਹੀਂ ਹੋਇਆ ਔਰ ਅਖੀਰ ਕਈ ਸਾਲਾਂ ਬਾਅਦ 2003 ਦੇ ਵਿੱਚ ਇਹ ਵਾਪਸ ਗੁਰਚਰਨ ਸਿੰਘ ਟੌਹੜਾ ਅਕਾਲੀ ਦਲ ਦੇ ਵਿੱਚ ਆ ਗਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਦੁਬਾਰਾ SGPC ਦਾ ਪ੍ਰਧਾਨ ਵੀ ਬਣਾਇਆ ਗਿਆ। ਸੋ ਹੁਣ ਤੱਕ ਜਿੰਨੀਆਂ ਕੋਸ਼ਿਸ਼ਾਂ ਹੋਈਆਂ ਵਾ ਪ੍ਰਕਾਸ਼ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਦੀਆਂ, ਅਕਾਲੀ ਦਲ ਬਤੌਰ ਅਕਾਲੀ ਦਲ ਦੇ ਪ੍ਰਧਾਨ ਉਹ ਕਾਮਯਾਬ ਹੁਣ ਤੱਕ ਨਹੀਂ ਹੋਈਆਂ। ਮੈਂ ਫਿਰ ਦੱਸ ਦੇਵਾਂ ਕਿ 1984 ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ 1985 ਦੇ ਵਿੱਚ ਪੰਜਾਬ ਅਕਾਰਡ ਹੋਇਆ, ਹਰਚੰਦ ਸਿੰਘ ਲੌਂਗੋਵਾਲ ਮਾਫ ਕਰਨਾ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਸਨ। ਉਹਨਾਂ ਨੇ ਰਾਜੀਵ ਲੌਂਗੋਵਾਲ ਅਕਾਰਡ ਕੀਤਾ, ਸਮਝੌਤਾ ਹੋਇਆ। ਉਸ ਤੋਂ ਬਾਅਦ ਚੋਣਾਂ ਹੋਈਆਂ ਔਰ ਉਹ ਚੋਣਾਂ ਸੁਰਜੀਤ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਉਹਨਾਂ ਨੂੰ ਇਹ ਚੋਣਾਂ ਲੜੀਆਂ ਗਈਆਂ। ਸੁਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਬਣੇ, 2 ਸਾਲ ਚੀਫ ਮਿਨਿਸਟਰ ਰਹੇ, ਲੇਕਿਨ ਉਹ ਵੀ ਉਸ ਤੋਂ ਬਾਅਦ ਬਹੁਤੇ ਕਾਮਯਾਬ ਨਹੀਂ ਹੋ ਸਕੇ। ਔਰ ਫਿਰ ਉਸ ਤੋਂ ਬਾਅਦ ਅਗਲੀਆਂ ਚੋਣਾਂ ਜਿਹੜੀਆਂ 1992 ਚ ਕਾਂਗਰਸ ਬੇਅੰਤ ਸਿੰਘ ਮੁੱਖ ਮੰਤਰੀ ਬਣੇ, ਉਹ ਚੋਣਾਂ 'ਚ ਬਹੁਤ ਘੱਟ ਵੋਟਾਂ ਪਈਆਂ ਸਨ। ਫਿਰ 1997 ਦੇ ਵਿੱਚ ਦੁਬਾਰਾ ਪ੍ਰਕਾਸ਼ ਸਿੰਘ ਬਾਦਲ ਵਾਪਸ ਸੱਤਾ 'ਚ ਆਏ ਔਰ ਉਸ ਤੋਂ ਬਾਅਦ ਫਿਰ 2007 'ਚ ਦੁਬਾਰਾ ਸੱਤਾ 'ਚ ਆਏ, 2012 'ਚ ਫਿਰ ਸੱਤਾ 'ਚ ਆਏ। ਸੋ ਹੁਣ ਤੱਕ ਜਿੰਨੀਆਂ ਕੋਸ਼ਿਸ਼ਾਂ ਹੋਈਆਂ ਪ੍ਰਕਾਸ਼ ਸਿੰਘ ਬਾਦਲ ਨੂੰ ਬਤੌਰ ਅਕਾਲੀ ਦਲ ਦੇ ਪ੍ਰਧਾਨ ਜਾਂ ਅਕਾਲੀ ਦਲ ਲੀਡਰ ਕਮਜ਼ੋਰ ਕਰਨ ਦੀਆਂ ਹੁਣ ਤੱਕ ਕਾਮਯਾਬ ਨਹੀਂ ਹੋਈਆਂ, ਭਾਵੇਂ ਉਹ ਜਗਦੇਵ ਸਿੰਘ ਤਲਵੰਡੀ, ਭਾਵੇਂ ਟੌਹੜਾ ਜਥੇਦਾਰ ਟੌਹੜਾ ਜਾਂ ਭਾਵੇਂ ਸੁਰਜੀਤ ਸਿੰਘ ਬਰਨਾਲਾ ਨੇ ਕੋਸ਼ਿਸ਼ਾਂ ਕੀਤੀਆਂ ਹੋਣ ਜਾਂ ਹਰਚੰਦ ਸਿੰਘ ਲੌਂਗੋਵਾਲ ਨੇ ਵੀ ਭਾਵੇਂ ਕੋਸ਼ਿਸ਼ ਕੀਤੀ ਹੋਵੇ, ਲੇਕਿਨ ਕੀ ਹੁਣ ਢੀਂਡਸਾ ਕਾਮਯਾਬ ਹੋਣਗੇ? ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮਨਜੀਤ ਸੰਦਰ ਬੋਲਦਾ ਜੀ। ਹਾਂਜੀ ਮਨਜੀਤ ਜੀ, ਹੁਣ ਸਿਹਤ ਠੀਕ ਹੈ ਤੁਹਾਡੀ? ਹਾਂਜੀ ਬਿਲਕੁਲ ਠੀਕ ਹੈ ਜੀ। ਨਹੀਂ, ਉਹ ਦੂਸਰੇ ਮਨਜੀਤ ਹੋਣੀ ਥੋੜੀ ਜਿਹਾ ਮੈਂ ਮਿਕਸਅਪ ਕਰ ਲੈਣਾ। ਹਾਂਜੀ। ਤੇ ਸੰਧੂ ਸਾਹਿਬ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਅੱਜ ਵਿਸ਼ਾ ਲੈ ਕੇ ਆਏ ਆ। ਮਿਹਰਬਾਨੀ। ਤੇ ਇਹ ਅੱਜ ਦਾ ਜਿਹੜਾ ਸਵਾਲ ਆ ਬਈ ਇਹ ਢੀਂਡਸਾ ਸਾਹਿਬ ਨੇ ਨਵੀਂ ਪਾਰਟੀ ਬਣਾਈ ਆ ਜੀ, ਤੇ ਜਿੱਥੇ ਥੋੜੀ ਮੈਨੂੰ ਲੱਗਦਾ ਵੀ ਇਹ BJP ਨੇ ਆਪਣਾ ਇੱਕ ਪੱਤਾ ਖੇਡਿਆ, ਕਿਉਂਕਿ ਪਿਛਲੇ ਸਮੇਂ ਵਿੱਚ ਦੇਖੀਏ ਤਾਂ ਵਿੱਚੋਂ ਵਿੱਚ ਜੇ ਆਪਾਂ ਦੇਖਦੇ ਆ ਤਾਂ ਅਕਾਲੀ ਦਲ ਬਾਦਲ ਦੇ ਨਾਲ BJP ਦੀਆਂ ਨਾਰਾਜ਼ਗੀਆਂ ਚੱਲਦੀਆਂ ਆਉਂਦੀਆਂ, ਚਾਹੇ ਉਹ ਸੀਟਾਂ ਪ੍ਰਤੀ ਹੋਵੇ ਉਹਨਾਂ ਦੀ ਵੀ ਅਸੀਂ ਇੰਨੀਆਂ ਲੈਣੀਆਂ। ਮੈਨੂੰ ਏਦਾਂ ਲੱਗਦਾ ਵੀ ਕਿਉਂਕਿ ਢੀਂਡਸਾ ਸਾਹਿਬ ਤੇ ਵੀ ਮੰਨ ਕੇ ਏਦਾਂ ਆਏ ਆ ਵੀ ਇਹਨਾਂ BJP ਦੇ ਨਾਲ ਮੁਲਾਕਾਤਾਂ ਜਾਂ ਕਿੱਦਾਂ, ਤਾਂ ਮੈਨੂੰ ਏਦਾਂ ਲੱਗਦਾ ਵੀ ਇਹ BJP ਨੇ ਇਹ ਪੱਤਾ ਖੇਡਿਆ। ਤੇ ਬਾਕੀ ਤਾਂ ਹੁਣ ਇਹ ਗੱਲ ਰਹਿ ਗਈ ਆ ਵੀ ਹੁਣ ਤਾਂ ਇਹ ਦੇਖਣਾ ਪਊਗਾ ਵੀ ਅਸਲੀ ਅਕਾਲੀ ਦਲ ਹੈ ਕਿਹੜਾ। ਬਾਦਲ ਆ ਕਿੰਨੇ ਆ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਹੁਣ ਇੰਨੇ ਤਾਂ ਕਈ ਹੈਗੇ ਆ ਜੀ। ਪਰ ਮੈਂ ਇੱਕ ਗੱਲ ਕਹੂੰਗਾ ਵੀ ਜੇ ਪੰਜਾਬ ਨੂੰ ਆਪਾਂ ਬਚਾਉਣਾ ਆ, ਜੇ ਆਪਾਂ ਕੇਂਦਰ ਦੀਆਂ ਕਿਸੇ ਵੀ ਨੈਸ਼ਨਲ ਪਾਰਟੀਆਂ ਦੇ ਨਾਲ ਰਿਲਾਇੰਸ ਕਰਕੇ ਪੰਜਾਬ ਦਾ ਆਪਾਂ ਭਲਾ ਕਰ ਸਕਦੇ ਆ, ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦਾ 70 ਸਾਲਾਂ ਦੇ ਵਿੱਚ ਭਲਾ ਨਹੀਂ ਹੋ ਸਕਿਆ। ਇਹ ਇੱਕ ਨਰੋਲ ਜਿਹੜੀ ਖੇਤਰੀ ਪਾਰਟੀ, ਤੁਹਾਡੇ ਵਰਗੇ ਜਿਹੜੇ ਖਹਿਰਾ ਸਾਹਿਬ ਵਰਗੇ, ਤੁਹਾਡੇ ਵਰਗੇ ਹੋਰ ਏਦਾਂ ਦੇ ਪੰਜਾਬ ਵਿੱਚ ਜਿਹੜੇ ਚੰਗੇ ਲੀਡਰ ਆ, ਚਾਹੇ ਉਹ ਕਾਂਗਰਸ ਵਿੱਚ ਵੀ ਹੈਗੇ ਆ, ਅਕਾਲੀ ਦਲ ਵਿੱਚ ਵੀ ਹੈਗੇ ਆ, ਏਦਾਂ ਦੇ ਲੀਡਰ ਇੱਕ ਜਿਹੜੀ ਨਰੋਲ ਖੇਤਰੀ ਪਾਰਟੀ ਜੇ ਪੰਜਾਬ ਵਿੱਚ ਆਉਂਦੀ ਤਾਂ ਉਹ ਪੰਜਾਬ ਦੇ ਮੁੱਦਿਆਂ ਨੂੰ ਉਠਾ ਕੇ ਪੰਜਾਬ ਦਾ ਭਲਾ ਕਰ ਸਕਦੀ ਆ, ਵਰਨਾ ਮੈਨੂੰ ਕੋਈ ਸਕੋਪ ਜਿਹਾ ਦੀਦਾ ਨਹੀਂ ਹੈਗਾ। ਮਿਹਰਬਾਨੀ ਮਨਜੀਤ ਸੰਦਰ ਜੀ, ਬਿਲਕੁਲ ਸਪਸ਼ਟ ਵਿਚਾਰ ਨੇ, ਕੋਈ ਬਹੁਤਾ ਫਿਊਚਰ ਦਿਸਦਾ ਨਹੀਂ ਹੈਗਾ। ਔਰ ਜੇ ਪੰਜਾਬ ਦੇ ਭਲੇ ਦੀ ਗੱਲ ਕਰੀਏ ਤੇ ਕੋਈ ਇਸ ਨਵੇਂ ਧੜੇ ਤੋਂ ਕੋਈ ਬਹੁਤਾ ਕੋਈ ਬ੍ਰਾਈਟ ਫਿਊਚਰ ਨਜ਼ਰ ਨਹੀਂ ਆਉਂਦਾ। ਮੀਨਵੇਲ ਕਾਫੀ ਸੱਜਣ ਸਾਡੇ ਨਾਲ ਫੇਸਬੁੱਕ ਤੇ ਵੀ ਜੁੜ ਗਏ ਨੇ। ਅਰੁਣ ਮਹਿਤਾ ਕਹਿ ਰਹੇ ਨੇ ਕਿ ਨਹੀਂ, ਢੀਂਡਸਾ ਅਕਾਲੀ ਦਲ ਬਾਦਲ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕਦੇ। ਮੀਨਵੇਲ ਹਰਜਿੰਦਰ ਸਿੰਘ ਸੰਧਾਵਾਲੀਆ ਵੀ ਜੁੜ ਗਏ ਨੇ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ
ਢੀਂਡਸਾ ਸਾਹਿਬ ਕਿੰਗ ਮੇਕਰ ਨਹੀਂ ਇਮਰਜ ਹੋ ਸਕਦੇ, ਉਹਨਾਂ ਦਾ ਐਡਾ ਕੱਦ ਕਾਠ ਨਹੀਂ ਜਿੰਨਾ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਔਰ ਇਹ ਵੀ ਗੱਲ ਧਿਆਨ 'ਚ ਰੱਖਣ ਵਾਲੀ ਹੈ ਕਿ ਸੁਖਬੀਰ ਬਾਦਲ ਵੀ ਵੱਡੇ ਬਾਦਲ ਦੇ ਬਰਾਬਰ ਦਾ ਨੇਤਾ ਹਾਲੇ ਤੱਕ ਨਹੀਂ, ਸੋ ਢੀਂਡਸਾ ਮੁਕਾਬਲਾ ਕਿੱਥੋਂ ਦਾ ਕਰ ਲੈਣਗੇ। ਬੌਬੀ ਸਿੰਘ ਕਹਿ ਰਹੇ ਨੇ ਕਿ ਢੀਂਡਸਾ ਫੈਮਿਲੀ ਬਾਦਲ ਤੋਂ ਨਾਰਾਜ਼ ਹੋ ਕੇ ਅਕਾਲੀ ਦਲ ਬਣਾਇਆ, ਨਾ ਕਿ ਪੰਜਾਬ ਦੇ ਭਲੇ ਵਾਸਤੇ। ਹਰਜਿੰਦਰ ਸਿੰਘ ਸੰਧੇਵਾਲੀਆ ਕਹਿ ਰਹੇ ਨੇ ਕਿ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਸਾਨੂੰ ਕੇਜਰੀਵਾਲ ਵਰਗਾ ਬੰਦਾ ਚਾਹੀਦਾ ਵਾ। ਢੀਂਡਸਾ ਚੰਗੀ ਪਰਸਨੈਲਿਟੀ ਨੇ, ਲੇਕਿਨ ਪੰਜਾਬ ਦਾ ਸ਼ਾਇਦ ਉਹ ਕਹਿਣਾ ਚਾਹੁੰਦੇ ਕਿ ਭਲਾ ਉਹ ਨਹੀਂ ਕਰ ਸਕਦੇ। ਹੋਰ ਵੀ ਸੱਜਣ ਸਾਡੇ ਨਾਲ ਜੁੜੇ, ਆਲਮੋਸਟ ਕਰੀਬ 15-20 ਕਮੈਂਟਸ ਦੋਵੇਂ ਫੇਸਬੁੱਕ ਪੇजेस ਦੇ ਉੱਪਰ ਆਏ ਆ। ਮੈਂ ਤੁਹਾਡੇ ਨਾਲ ਲਗਾਤਾਰ ਇਹ ਕਮੈਂਟ ਸਾਂਝਾ ਕਰਦਾ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਜੀ ਬਲਕਰਨ ਸਿੰਘ ਸਿੱਧੂ ਬੋਲ ਰਿਹਾ ਮਿੰਟਨ ਤੋਂ। ਹਾਂਜੀ ਸਿੱਧੂ ਸਾਹਿਬ, ਸਵਾਗਤ ਹੈ ਸ਼ੋਅ ਦੇ ਵਿੱਚ। ਦੱਸੋ ਕੀ ਲੱਗਦਾ ਵਾ, ਢੀਂਡਸਾ ਅਕਾਲੀ ਦਲ ਬਾਦਲ ਅਕਾਲੀ ਦਲ ਦਾ ਮੁਕਾਬਲਾ ਕਰ ਲੂ? ਇਹ ਜੀ ਜਿਹੜਾ ਇਹ ਢੀਂਡਸਾ ਅਕਾਲੀ ਦਲ ਬਣਿਆ ਤੇ ਜਿਹੜੀ ਆਪਣੀ ਸੈੱਟ ਨੇ ਕਿਹਾ ਵੀ ਅਸੀਂ ਸੱਚੇ ਸੌਦੇ ਵਾਲੇ ਰਾਮਰੀ ਨੂੰ ਫੜ ਕੇ ਲਿਆਉਣਾ ਹੈ, ਹਾਂ ਇਹ ਦੋਨੇ ਕੋਰਿਲੇਟਡ ਗੱਲਾਂ ਹੈ। ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਤੇ ਪ੍ਰੈਸ਼ਰ ਬਣਾਉਣ ਨੂੰ, ਤਾਂ ਕਿ ਉਹਨਾਂ ਤੋਂ ਅੱਧੀਆਂ ਸੀਟਾਂ ਲਈਆਂ ਜਾ ਸਕਣ। ਓਕੇ, ਇਹ ਜਿਹੜਾ ਢੀਂਡਸਾ ਸਾਹਿਬ ਜਿਸ ਦਿਨ ਉਹਨਾਂ ਨੂੰ ਆਪਦੀ ਮੰਗ ਬੀਜੇਪੀ ਦੀ ਪੂਰੀ ਹੋ ਗਈ, ਹਾਂ, ਉਹਨਾਂ ਨੇ ਢੀਂਡਸਾ ਸਾਹਿਬ ਨੂੰ ਪੁੱਛਣਾ ਵੀ ਨਹੀਂ। ਇਹ ਜਿਹੜਾ ਢੀਂਡਸਾ ਸਾਹਿਬ ਅਕਾਲੀ ਦਲ ਬਣਾ ਰਹੇ, ਦਿੱਲੀ ਤੋਂ ਹੀ ਇਹਨਾਂ ਨੂੰ ਇਸ਼ਾਰਾ ਹੋ ਰਿਹਾ ਤੇ ਉਹਦੇ ਕਰਕੇ ਇਹ ਬਣਾ ਰਹੇ ਆ। ਤੇ ਉਹਨਾਂ ਨੂੰ ਇਹ, ਮੈਨੂੰ ਇੱਕ ਹੋਰ ਹੈਰਾਨੀ ਹੁੰਦੀ ਹੈ, ਤੁਹਾਡਾ ਵੀ ਬਹੁਤ ਤਜਰਬਾ ਇਸ ਕੰਮ 'ਚ, ਸਭ ਤੋਂ ਬਹੁਤ ਸੀਨੀਅਰ ਬੰਦੇ ਤੁਸੀਂ। ਆਪਣੇ ਜਿਹੜੇ ਅਕਾਲੀ ਹੈ ਜਾਂ ਪੰਜਾਬ ਦੇ ਜਿਹੜੇ ਪੋਲੀਟੀਸ਼ੀਅਨ ਆ ਪੰਜਾਬ ਪੱਖੀ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਫੇਸ ਕੀ ਕਰ ਰਹੇ ਆ, ਵੀ ਉਹਨਾਂ ਨੂੰ ਖਾਣ ਵਾਸਤੇ ਕਿਹੜੀ ਚੀਜ਼ ਆ ਰਹੀ ਹੈ ਜਾਂ ਉਹਨਾਂ ਨੂੰ ਹੜੱਪਣ ਵਾਸਤੇ ਕੌਣ ਆ ਰਿਹਾ। ਇਹਨਾਂ ਮੈਨੂੰ ਹਾਸੋਹੀਣੀਆਂ ਗੱਲਾਂ ਕਰਦੇ ਵੀ ਕਿਤੇ ਢੀਂਡਸਾ ਅਕਾਲੀ ਦਲ ਬਣਾ ਲਿਆ, ਟਕਸਾਲੀ ਬਣਾ ਲਿਆ, ਕਿਤੇ ਆਮ ਆਦਮੀ ਪਾਰਟੀ ਦੇ ਪਿੱਛੇ ਆਪਾਂ ਤੁਰ ਪੈਂਦੇ, ਆਪਾਂ ਕਿਤੇ ਤੁਰ ਪੈਂਦੇ। ਉਹਨਾਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਵੀ ਆਪਾਂ ਫੇਸ ਕੀ ਕਰ ਰਹੇ ਹਾਂ, ਵੀ ਇੱਕ ਮਤ ਨਹੀਂ ਹੋ ਰਹੇ ਉਸ ਵਿਸ਼ੇ ਦੇ ਉੱਤੇ। ਇਹ ਜਿਹੜਾ ਢੀਂਡਸਾ ਅਕਾਲੀ ਦਲ ਹੈ, ਇਹਦਾ ਜਿਸ ਦਿਨ ਬੀਜੇਪੀ ਨੂੰ ਸੁਖਬੀਰ ਬਾਦਲ ਨੇ ਬੀਜੇਪੀ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ, ਉਸੇ ਦਿਨ ਹੀ ਢੀਂਡਸਾ ਅਕਾਲੀ ਦਲ ਦਾ ਕੁਝ ਵੀ ਨਹੀਂ ਵੱਟਿਆ ਜਾਣਾ। ਹੋ ਸਕਦਾ ਇਹ ਵੀ ਅਕਾਲੀ ਦਲ ਬਾਦਲ ਦੇ ਵਿੱਚ ਹੀ ਆ ਜਾਣਾ। ਜੇ ਸੁਖਬੀਰ ਬਾਦਲ ਇਹ ਨਾ ਮੰਨਿਆ ਵੀ ਸੀਟਾਂ ਮੈਂ ਬੀਜੇਪੀ ਨੂੰ ਨਹੀਂ ਦੇਣੀਆਂ ਜੀ, ਜਾਂ ਮੈਂ ਬਰਾਬਰ ਅੜਨਾ, ਜਿਸ ਤਰ੍ਹਾਂ ਉਹ ਅਕਾਲ ਤਖਤ ਦੇ ਜਥੇਦਾਰ ਤੋਂ ਬਿਆਨ ਵਗੈਰਾ ਹੋ ਰਹੇ ਆ ਸਾਰਾ ਕੁਝ ਜੀ, ਉਹਦੇ ਵਿੱਚ ਉਹਨਾਂ ਨੇ ਉਨਾ ਚਿਰ ਬਾਦਲ ਪਰਿਵਾਰ ਤੇ ਪ੍ਰੈਸ਼ਰ ਨਹੀਂ ਛੱਡਣਾ। ਅੱਜ ਤੁਹਾਨੂੰ ਮੈਂ ਹੋਰ ਦੱਸ ਦੇਣਾ ਵੀ CBI ਮੁਹਾਲੀ ਕੋਰਟ ਚਲੀ ਗਈ ਵੀ ਜਿਹੜੀ ਖੱਟੜੇ ਦੀ ਸੈੱਟ ਨੇ ਬੰਦੇ ਫੜੇ ਆ ਸੱਚੇ ਸੌਦੇ ਵਾਲੇ, ਉਹਨਾਂ ਨੂੰ ਰੋਕਿਆ ਜਾਵੇ। ਅੱਜ ਦੀ ਗੱਲ ਹੀ ਹੈ, ਰਾਈਟ? ਹਾਂਜੀ, ਤਾਂ ਇਸ ਕਰਕੇ ਵੀ ਇਹ ਸਾਰਾ ਕੰਮ ਇੱਕ ਹਿਸਾਬ ਦੀ ਹੁਣ ਜਿਹੜੀ ਆਪਣੇ ਲੋਕਾਂ ਦੇ ਦਿਮਾਗ 'ਚ ਹੋਇਆ ਪਿਆ ਵੀ ਬਾਦਲ ਪਰਿਵਾਰ ਹੀ ਅਕਾਲੀ ਦਲ ਹੈ। ਨਾ, ਬਾਦਲ ਪਰਿਵਾਰ ਅਕਾਲੀ ਦਲ ਨਹੀਂ। ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਪੰਜਾਬ ਦੀ ਇੱਕੋ ਇੱਕ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਹੈ। ਸੋ ਉਹਨੂੰ ਖਤਮ ਕਰਨ ਦੀ ਇਹ ਇੱਕ ਚਾਲ ਹੈ। ਓਕੇ, ਥੈਂਕ ਯੂ ਜੀ। ਮਿਹਰਬਾਨੀ। ਬਿਲਕੁਲ ਸਿੱਧੂ ਸਾਹਿਬ ਦੇ ਵਿਚਾਰ ਸਪਸ਼ਟ ਨੇ। ਰਾਜਾ ਸਨਮਾਨਵੀਰ ਸਿੰਘ, ਹਰਪਾਲ ਸਿੰਘ, ਸਮੀਪ ਸਿੰਘ, ਕਮਲ ਚੋਪੜਾ ਵੀ ਇਸ ਵੇਲੇ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਹੋਏ ਨੇ। ਇੱਕ ਫੀਲਿੰਗ ਕਾਲਰਸ ਤੋਂ ਆ ਰਹੀ ਹੈ ਕਿ ਸ਼ਾਇਦ ਬੀਜੇਪੀ ਬਾਦਲ ਅਕਾਲੀ ਦਲ ਤੇ ਪ੍ਰੈਸ਼ਰ ਬਣਾਉਣ ਵਾਸਤੇ ਇਹਨਾਂ ਗਰੁੱਪਸ ਨੂੰ ਹੱਲਾਸ਼ੇਰੀ ਦੇ ਰਿਹਾ ਵਾ। ਔਰ ਜੇ ਬਾਦਲ ਅਕਾਲੀ ਦਲ ਨੇ ਉਹਨਾਂ ਦੀ ਸ਼ਰਤਾਂ ਮੰਨ ਲਈਆਂ, ਮੁੱਖ ਤੌਰ ਤੇ ਉਹ ਜ਼ਿਆਦਾ ਸੀਟਾਂ ਮੰਗਦੇ ਨੇ, ਅੱਗੇ 23 ਸੀਟਾਂ ਦਿੰਦੇ ਆ ਵਿਧਾਨ ਸਭਾ ਦੇ ਵਿੱਚ, ਐਰਕੀ ਉਹ ਸ਼ਾਇਦ 40 ਜਾਂ 50 ਸੀਟਾਂ ਲੈਣਾ ਚਾਹੁੰਦੇ ਆ। ਜੇ ਉਹਨਾਂ ਨੇ ਉਹ ਸ਼ਰਤ ਮੰਨ ਲਈ ਤੇ ਸ਼ਾਇਦ ਇਹਨਾਂ ਦਾ ਸਾਥ ਜਿਹੜਾ ਵਾ ਉਹ ਬੀਜੇਪੀ ਛੱਡ ਦੂਗੀ ਔਰ ਇਹ ਹੌਲੀ ਹੌਲੀ ਆਪਣੇ ਆਪ ਹੀ ਖਤਮ ਹੋ ਜਾਣਗੇ। ਜਗਤਾਰ ਸਿੰਘ ਆਨੰਦਪੁਰੀ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਰਾਣਾ ਪਰਮਜੋਤ ਕਹਿ ਰਹੇ ਨੇ ਕਿ ਢੀਂਡਸਾ ਸਾਹਿਬ ਨਵੀਂ ਪਾਰਟੀ ਜਿਹੜੀ ਬਣਾਈ ਆ ਉਹ ਗੱਲ ਹੋ ਗਈ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਕਮਲ ਚੋਪੜਾ ਕਹਿ ਰਹੇ ਨੇ ਵੱਡੇ ਬਾਦਲ ਸਾਹਿਬ ਦਾ ਢੀਂਡਸਾ ਕੋਈ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਦਾ ਵਿਚਾਰ ਹੈ। ਸਮੀਪ ਸਿੰਘ ਕਹਿ ਰਹੇ ਨੇ ਕੋਈ ਬਹੁਤੀ ਵੱਡੀ ਹੈਰਾਨਗੀ ਨਹੀਂ ਹੋਊਗੀ, ਅਖੀਰ ਇਹ ਸਾਰੇ ਇਕੱਠੇ ਹੋ ਜਾਣ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਰਾਮ ਸ਼ਰਮਾ ਜੀ। ਸੰਧੂ ਸਾਹਿਬ, ਦਰਅਸਲ ਗੱਲ ਇਹ ਹੈ ਕਿ ਜਿਹੜੀ ਕੁਛ ਅੱਜ ਤੋਂ ਵੈਸੇ ਅਕਾਲੀ ਦਲ ਦੇ ਵਿੱਚ ਟਕਾ ਤਾਂ ਕਾਫੀ ਦੇਰ ਦਾ ਨਹੀਂ ਆਇਆ। ਸਰਜੀਤ ਸਿੰਘ ਬਰਨਾਲਾ ਹੋਰਾਂ ਦਾ ਲੈ ਲਓ ਜਾਂ ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌੜਾ, ਸਰਜੀਤ ਸਿੰਘ ਬਰਨਾਲੇ ਹੋਰੀ, ਇਹ 5-6 ਸਿਰਕੱਢ ਲੀਡਰ ਸੀ ਉਦੋਂ। ਪਰ ਬਾਦਲ ਸਾਹਿਬ ਉਦੋਂ ਆਪ ਇਨਵਾਲਵ ਸੀ ਔਰ ਸੁਖਬੀਰ ਨੂੰ ਇਹਦੇ ਵਿੱਚ ਇੰਟਰਫੀਅਰ ਨਹੀਂ ਸੀ ਕਰ ਦਿੱਤਾ ਜਾਂਦਾ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਦਬਦਬਾ ਜਿਹੜਾ ਸੀਗਾ ਉਹ ਬਣਿਆ ਰਹਿੰਦਾ ਸੀ।
ਟਾਈਮ ਇਸ ਤਰ੍ਹਾਂ ਦਾ ਆ ਗਿਆ ਕਿ ਬਾਦਲ ਸਾਹਿਬ ਨੇ ਬੁਢਾਪੇ ਵੱਲ ਪੈਰ ਧਰਨਾ ਸ਼ੁਰੂ ਕਰ ਦਿੱਤਾ। ਉਹ ਸੁਖਬੀਰ ਆ ਜਿਹੜਾ ਇਹ ਜਵਾਨ ਹੋ ਗਿਆ ਔਰ ਉਹਨੇ ਆਪਦੀ ਜ਼ਬਾਨੀ ਦੇ ਦਬਦਬੇ ਦੀ ਵਰਤੋਂ ਦੇ ਨਾਲ ਕਰਕੇ ਕਈ ਜਾਇਜ਼ ਨਜਾਇਜ਼ ਧੰਦੇ ਜਿਹੜੇ ਸੀਗੇ ਉਹ ਸ਼ੁਰੂ ਕਰਤੇ। ਸ਼੍ਰੋਮਣੀ ਕਮੇਟੀ ਦੇ ਵਿੱਚੋਂ ਫੰਡ ਇੱਧਰ ਉੱਧਰ ਕਰਕੇ ਹੋਰ ਕੁਛ ਕਰਕੇ ਡਰਾਉਣ ਵਾਲੇ ਨੂੰ ਡਰਾਇਆ, ਧਮਕਾਉਣ ਵਾਲੇ ਨੂੰ ਧਮਕਾਇਆ, ਵਰਾਉਣ ਵਾਲੇ ਨੂੰ ਵਰਾਇਆ। ਜਿੱਥੋਂ ਲੱਗਿਆ ਵੀ ਇਸ ਬਿਜ਼ਨਸ ਦੇ ਵਿੱਚ ਫਾਇਦਾ ਉਹਦੇ ਨਾਲ ਜ਼ਬਰਦਸਤੀ ਉਹਦੇ 'ਚ 50% ਜਾਂ 25% ਇਹੋ ਜਿਹੇ ਜਿਹੜੇ ਸ਼ੇਅਰ ਇਹਨੇ ਖੜੇ ਕੀਤੇ। ਕਹਿਣ ਦਾ ਮਤਲਬ ਇਹ ਸੀਗਾ ਜੀ ਕਿ ਇਸ ਜਮਾਤ ਨੂੰ ਇਹਨੇ ਬਦਨਾਮ ਕਰਤਾ ਔਰ ਉਹ ਬਦਨਾਮੀ ਦਾ ਬਾਰੇ ਜੋ ਕੋਈ ਪ੍ਰਕਾਸ਼ ਸਿੰਘ ਨੂੰ ਇਹਦੀ ਇਨਫੋਰਮੇਸ਼ਨ ਦਿੰਦਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੁੱਤਰ ਮੋਹ ਦੇ ਵਿੱਚ ਫਸ ਗਏ ਔਰ ਉਹਨਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਅਖੀਰ ਜਿਹੜਾ ਸੀਗਾ ਅਕਾਲੀ ਦਲ ਇਹ ਖੰਡਨ ਦੇ ਕਿਨਾਰੇ ਤੇ ਆ ਗਿਆ। ਬਹੁਤ ਦਫਾ ਖੰਡਿਆ, ਬਹੁਤ ਥੋੜਾ ਬਹੁਤ ਇਕੱਠਾ ਵੀ ਹੋਇਆ, ਪਰ ਜਿਹੜਾ ਐਸਕੀ ਵਾਲਾ ਖਿਲਾਰਾ ਨਾ ਜਿਹੜੇ ਬੰਦੇ ਨੇ ਖਿਲਾਰਾ ਪਾਇਆ ਉਹਦਾ ਆਪਦਾ ਅਕਸ ਆ ਜਿਹੜਾ ਉਹ ਬਹੁਤ ਕਲੀਨ ਹੈ। ਇੱਕੋ ਹੀ ਗੱਲ ਹੈ ਕਿ ਨੇਚਰ ਦੇ ਵਾਂਗੂ ਤੁਹਾਡੇ ਵਾਂਗੂ ਬਹੁਤ ਜ਼ਿਆਦਾ ਨਰਮ ਹੈ, ਬੋਲਦਾ ਬਹੁਤ ਮਿਠਾਸ ਨਾਲ ਤੇ ਬੋਲਦਾ ਘੱਟ ਹੈ ਔਰ ਜਿਹੜੀ ਰਾਜਨੀਤੀ ਹੈ ਨਾ ਇਹ ਥੋੜੀ ਜਿਹੀ ਆਵਾਜ਼ ਉੱਚੀ ਮੰਗਦੀ ਹੈ ਤੇ ਦਬਦਬਾ ਮੰਗਦੀ ਹੈ ਥੋੜੇ ਜਿਹੇ ਰੋਹ ਵਾਲੀ ਤੇ ਉਹਦੇ ਨਾਲ ਕੰਮ ਚੱਲਦਾ ਹੈ। ਔਰ ਲੱਗਦਾ ਹੁਣ ਇਹ ਹੈ ਕਿ ਜਿਹੜੇ ਇਹ ਤੋਂ ਤੰਗ ਹੋਣ ਵਾਲੇ ਹੋਰ ਵੀ ਲੀਡਰ ਨਾ ਆਉਣ ਵਾਲੇ ਟਾਈਮ ਦੇ ਵਿੱਚ ਖਸਖਸ ਵਾਂਗੂ ਖਿਲਰ ਜਾਣੇ ਆ ਸੁਖਬੀਰ ਦੇ ਕੰਟਰੋਲ ਦੇ ਵਿੱਚੋਂ ਔਰ ਮੈਨੂੰ ਲੱਗਦਾ ਕਿ ਇਹ ਦਾਲਾ ਜਿਹੜਾ ਇਹ ਕਾਮਯਾਬੀ ਹੋਊਗਾ। ਦੂਸਰੀ ਗੱਲ ਹੈ ਕਿ ਬੀਜੇਪੀ ਦਾ ਥਾਪੜਾ ਇਹਨੂੰ ਅੱਜ ਤੋਂ 4-5 ਮਹੀਨੇ ਸਾਬਤ ਹੋ ਗਿਆ ਸੀ ਜਦੋਂ ਇਹਨਾਂ ਨੇ ਕੋਈ ਨਾ ਕੋਈ ਸਨਮਾਨ ਹੈ ਜਿਹੜਾ ਬਾਦਲ ਨੂੰ ਛੱਡ ਕੇ ਇਹਨੂੰ ਦਿੱਤਾ। ਇਹ ਇੰਡੀਕੇਟ ਕਰਦਾ ਹੈ ਕਿ ਇਹ ਜਿਹੜੀ ਹੈਗੀ ਆ ਬੀਜੇਪੀ ਆ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਆਉਣ ਵਾਲੇ 5-6 ਮਹੀਨਿਆਂ ਵਿੱਚ ਕਰਵਾ ਦੂਗੀ। ਥੈਂਕ ਯੂ ਵੈਰੀ ਮਚ। ਰਾਮ ਸ਼ਰਮਾ ਜੀ ਇੱਕ ਦੱਸੋ ਗੱਲ, ਤੁਸੀਂ ਕਿਹਾ ਵੀ ਬਹੁਤ ਚੰਗਾ ਕਲੀਨ ਅਕਸ ਆ ਸੁਖਦੇਵ ਸਿੰਘ ਢੀਂਡਸਾ ਦਾ, ਪਰ ਜਦੋਂ ਸਾਰੇ ਆ ਗੁਨਾਹ ਜਿਹੜੇ ਤੁਸੀਂ ਗਿਣਾ ਰਹੇ ਜੇ ਬਾਦਲ ਅਕਾਲੀ ਦਲ ਨੇ ਆ ਕੀਤਾ ਉਹ ਕੀਤਾ, ਉਹ ਸਾਰਿਆਂ ਦੇ ਵਿੱਚ ਤੇ ਢੀਂਡਸਾ ਸਾਹਿਬ ਔਰ ਇਹਨਾਂ ਦਾ ਪਰਿਵਾਰ ਵੀ ਸ਼ਾਮਲ ਸੀਗਾ। ਇਹ ਉਦੋਂ ਇਹਨਾਂ ਦਾ ਬੇਟਾ ਮੰਤਰੀ ਸੀ, ਵਿੱਤ ਮੰਤਰੀ ਸੀ, ਇਹ ਆਪ MP ਸੀ। ਨਹੀਂ, ਦਰਅਸਲ ਗੱਲ ਇਹ ਜੀ ਕਿ ਜੇ ਪੁਸ਼ਤ ਪਨਾਹੀ ਦੇਖੀਏ ਜਾਂ ਇਹ ਹੁੰਦਾ ਕਿ ਉਹਨਾਂ ਦੋਨੀ ਹੱਥੀਂ ਨਹੀਂ ਖਾਦਾ, ਪਰ ਇਹਨਾਂ ਨੇ ਕਿਤੇ ਨਾ ਕਿਤੇ ਸਬਰ ਰੱਖਿਆ ਔਰ ਜੇ ਠੇਕੇ ਲਏ ਆ ਜਾਂ ਕਿਸੇ ਹਿਸਾਬ ਨਾਲ ਹੋਰ ਜਿਹੜਾ ਅਕਾਲੀ ਦਲ ਦੇ ਵਿੱਚੋਂ ਫਾਇਦਾ ਠੱਕਿਆ ਤਾਂ ਮੈਨੂੰ ਉਹ ਲੱਗਦਾ ਕਿ ਲੀਗਲ ਵਾਈਜ਼ ਕੀਤਾ ਹੈ। ਜਾਨੀ ਜੇਬ ਨਹੀਂ ਕੱਟੀ ਕਿਸੇ ਦੀ। ਜੇ ਕੋਈ ਕੰਮ ਕੀਤਾ, ਕੋਈ ਟੈਂਡਰ ਲਿਆ ਜਾਂ ਹੋਰ ਕੁਛ ਹੋਇਆ ਤਾਂ ਉਹਦੇ ਵਿੱਚ ਤੁਸੀਂ ਹੇਰਾ ਫੇਰੀ ਗਿਣ ਲਓ ਜਾਂ ਕੁਛ ਗਿਣ ਲਓ, ਪਰ ਦੂਜੇ ਹਿਸਾਬ ਨਾਲ ਪਬਲਿਕ ਦੇ ਵਿੱਚ ਕਲੀਨ ਸਾਫ਼ ਹੈ। ਮਿਹਰਬਾਨੀ। ਪਬਲਿਕ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ, ਪਰਮਿੰਦਰ ਢੀਂਡਸਾ ਦੀ ਕਲੀਨ ਇਮੇਜ ਹੈ, ਇਹ ਰਾਮ ਸ਼ਰਮਾ ਕਹਿਣਾ ਚਾਹੁੰਦੇ ਆ। ਰਾਜਾ ਸਨਮਾਨਵੀਰ ਕਹਿ ਰਹੇ ਨੇ ਕਿ ਇਹ ਜੋ ਹੋ ਰਿਹਾ ਵਾ ਇਹ ਇੰਜ ਲੱਗ ਰਿਹਾ ਵੀ ਕਾਂਗਰਸ ਦੀ ਦੁਬਾਰਾ ਜਿੱਤ 2022 ਦੇ ਵਿੱਚ ਯਕੀਨੀ ਬਣਾਉਣ ਵਾਸਤੇ ਹੋ ਰਿਹਾ ਵਾ, ਇਹ ਉਹਨਾਂ ਦਾ ਵਿਚਾਰ ਹੈ। ਮੀਨਵਾਈਲ ਤਾਰਾ ਸੁੰਦਰ ਨਾਰਵੇ ਤੋਂ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ। ਆਲਮੋਸਟ ਕਰੀਬ 30 ਦੇ ਕਰੀਬ ਕਮੈਂਟ ਆਏ ਆ, ਮੈਂ ਉਹ ਵੀ ਸਾਂਝੇ ਤੁਹਾਡੇ ਨਾਲ ਕਰੂੰਗਾ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਇਹ ਮਸਲਾ ਇਸੇ ਤਰ੍ਹਾਂ ਵਿਚਾਰਾਂਗੇ ਕਿ ਕੀ ਅਕਾਲੀ ਦਲ ਢੀਂਡਸਾ, ਅਕਾਲੀ ਦਲ ਬਾਦਲ ਜਾਂ ਬਾਕੀ ਅਕਾਲੀ ਦਲਾਂ ਦਾ ਮੁਕਾਬਲਾ ਕਰ ਸਕੂਗਾ, ਕੀ ਇਹ ਮੁੱਖ ਅਕਾਲੀ ਦਲ ਵਜੋਂ ਉੱਭਰ ਕੇ ਆ ਸਕੂਗਾ। ਇਹਦੇ ਤੇ ਵਿਚਾਰ ਚਰਚਾ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by Prime Link Express, a Gurmeet Mali, Union Truck Stop, Bakersfield, Sukhi Kuman। ਇੱਕ ਵਾਰ ਫੇਰ ਤੋਂ ਪੰਜਾਬੀ ਢਾਬਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਸਾਡਾ ਪੂਰਾ ਸਟਾਫ ਵੀ ਸਰਕਾਰ ਦੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੇਗਾ, ਤਾਂ ਫੇਰ ਦੇਰ ਕਿਸ ਗੱਲ ਦੀ। ਉਹੀ ਲਾਜਵਾਬ ਖਾਣਾ, ਉਹੀ ਖੁਸ਼ਬੂ, ਉਹੀ ਬੁਫੇ ਸਿਸਟਮ ਇੱਕ ਵਾਰ ਫੇਰ ਤੋਂ ਤੁਹਾਡੀ ਉਡੀਕ ਕਰ ਰਿਹਾ ਹੈ। ਪੰਜਾਬ ਦੀ ਯਾਦ ਦਿਵਾਉਂਦਾ ਪੰਜਾਬੀ ਢਾਬਾ, ਪੂਰੇ ਪਰਿਵਾਰ ਸਮੇਤ ਆਓ। 7800 ਬਟਾਵੀਆ ਰੋਡ, ਡਿਕਸਨ, ਕੈਲੀਫੋਰਨੀਆ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਿਕੰਦਰ ਸਿੰਘ 1707 693 6682। ਮਿੱਤਰਾਂ ਦੇ ਢਾਬੇ ਤੇ ਬਈ ਮੇਲਾ, ਓਏ ਮੇਲਾ ਸੱਚ ਮੇਲਾ ਹੀ ਲੱਗਿਆ ਰਹਿੰਦਾ।
ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206. For more information, call Gurmeet Malli. S&S Brokers Incorporation ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ and Sajid Tarar। ਪੰਜਾਬੀਆਂ ਦਾ ਆਪਣਾ ਬਾਜ਼ਾਰ ਹੈ। ਇੱਥੇ ਫਰੈਸ਼ ਸਬਜ਼ੀਆਂ, ਫਰੈਸ਼ ਫਰੂਟ, ਵਧੀਆਂ ਦਾਲਾਂ, ਇੱਕੋ ਛੱਤ ਹੇਠਾਂ ਘਰ ਦੀ ਜ਼ਰੂਰਤ ਦਾ ਹਰ ਸਮਾਨ ਖਰੀਦਣ ਲਈ ਜ਼ਰੂਰ ਆਓ। ਕੰਪਨੀ ਆਪਣੇ ਗ੍ਰਾਹਕਾਂ ਲਈ ਸਮੇਂ-ਸਮੇਂ ਤੇ ਬੈਸਟ ਡੀਲ ਵੀ ਦਿੰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਆਪਣਾ ਬਾਜ਼ਾਰ 2975 JFK ਬੁਲੇਵਾਰਡ, ਜਰਸੀ ਸਿਟੀ 07306 ਅਤੇ 2631 ਸਟਰੀਟ ਰੋਡ, ਬੈਂਸਲਮ, ਪੈਂਸਿਲਵੇਨੀਆ 19020। This program is sponsored by Prime Link Express, Gurmeet Malli, Union Truck Stop, Bakersfield, Sukhi Kuman। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਦੀ। ਸੁਖਦੇਵ ਸਿੰਘ ਢੀਂਡਸਾ ਨੇ ਇੱਕ ਨਵੀਂ ਅਕਾਲੀ ਦਲ ਬਣਾਇਆ ਵਾ। ਉਹਨਾਂ ਨੇ ਨਾਂ ਰੱਖਿਆ ਵਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਕੀ ਢੀਂਡਸਾ ਵਾਲਾ ਅਕਾਲੀ ਦਲ ਜਿਹੜਾ ਵਾ ਇਹ ਮੁੱਖ ਅਕਾਲੀ ਦਲ ਵਜੋਂ ਉੱਭਰ ਕੇ ਆ ਸਕਦਾ ਵਾ, ਕੀ ਇਹ ਬਾਦਲ ਅਕਾਲੀ ਦਲ ਨੂੰ ਚੁਣੌਤੀ ਦੇਵੇਗਾ। ਬਹੁਤ ਸਾਰੇ ਕਮੈਂਟ, ਆਲਮੋਸਟ ਸਾਨੂੰ ਕਰੀਬ 40-50 ਕਮੈਂਟ ਸਾਡੇ ਦੋਵੇਂ ਫੇਸਬੁੱਕਸ ਦੇ ਉੱਪਰ ਆਏ ਆ। ਮਨਜੀਤ ਸੰਦਰ, ਸੁਖਦੇਵ ਸਿੰਘ, ਸੋਨੀ ਸਿੱਧੂ, ਤਾਰਾ ਮੰਗਟ, ਇਹਨਾਂ ਸਾਰਿਆਂ ਨੇ ਆਪਣੇ ਕਮੈਂਟ ਦਿੱਤੇ ਆ। ਹੋਰ ਵੀ ਕੁਝ ਕਮੈਂਟ ਆਏ ਆ, ਉਹ ਵੀ ਮੈਂ ਨਾਂ ਸਾਂਝੇ ਕਰੂੰਗਾ, ਪਰ ਉਸ ਤੋਂ ਪਹਿਲਾਂ ਮੈਂ ਅਗਲੀ ਕਾਲ ਲੈਣੀ ਚਾਹੁੰਦਾ। ਹੈਲੋ। ਹਾਂਜੀ ਹਾਂਜੀ ਭਾਈ ਸਾਹਿਬ, ਤੁਸੀਂ ਔਨ 에ਅਰ ਜੇ। ਸੰਧੂ ਸਾਹਿਬ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਆ। ਹਾਂ, ਕੌਣ ਬੋਲ ਰਹੇ ਜੀ?
मैं रजिंदर बोल रहा जी न्यूयॉर्क तो। हाँ जी रजिंदर जी स्वागत है शो ਦੇ ਵਿੱਚ ਹੁਣ ਆ ਰਹੀ ਹੈ ਆਵਾਜ਼? हाँ ਹੁਣ ਥੋੜੀ ਜਿਹੀ ਅੱਗੇ ਨਾ ਚੰਗੀ ਆਈ। हाँ जी ਰਜਿੰਦਰ ਜੀ ਤੁਹਾਡੀ ਆਵਾਜ਼ ਠੀਕ ਆ ਰਹੀ ਦੱਸੋ ਕੋਈ ਗੱਲ ਕਰੋ ਆਪਣੀ ਪੂਰੀ। ਸੰਧੂ ਸਾਹਿਬ ਗੱਲ ਏਦਾਂ ਆ ਵੀ ਇਹ ਇੰਨਾ ਚਿਰ ਤੁਸੀਂ ਤਾਂ ਹੁਣ ਇਸ ਜੰਗ ਦੇ ਵਿੱਚ ਜਾ ਹੀ ਚੁੱਕੇ ਤੁਹਾਨੂੰ ਪਤਾ ਕਿ ਕਿੰਨੇ ਡਰਾਮੇਬਾਜ਼ ਲੋਕ ਆ। ਜੀ ਜੀ ਤੁਸੀਂ ਵਿੱਚ ਬਹਿ ਕੇ ਦੇਖ ਲਿਆ ਕਿ ਕਿੰਨੇ ਡਰਾਮੇਬਾਜ਼ ਲੋਕ ਆ ਜਿੱਦਾਂ ਨਾ ਕਹਿੰਦੇ ਹੁੰਦੇ ਆ ਵੀ ਸੁਦੇ ਡਰਾਮੇ ਹੀ ਇਹਨਾਂ ਕੋ ਅਸਲੀਅਤ ਕੁਛ ਨਹੀਂ ਗੀ ਜੀ। ਲੋਕਾਂ ਨੂੰ ਮੂਰਖ ਬਣਾਉਣ ਦਾ ਇਹਨਾਂ ਕੋ ਇੱਕ ਟ੍ਰਿਕ ਸਿੱਖਿਆ ਉਹਨਾਂ ਨੇ ਵੀ ਕਿੱਦਾਂ ਲੋਕਾਂ ਨੂੰ ਮੂਰਖ ਬਣਾਉਣਾ। ਇਹਨਾਂ ਨੇ 40 ਸਾਲ ਬਾਬਲ ਦੇ ਨਾਲ ਕੱਟੇ ਮੇਰੇ ਖਿਆਲ 'ਚ ਜੀ 30 ਸਾਲ ਤਾਂ ਚਲੋ ਕੱਟੇ ਹੋਣਗੇ ਰਾਈਟ। ਤੇ ਇਹਨਾਂ ਦੀ ਆਪੋ ਵਿੱਚ ਵੀ ਨਹੀਂ ਬਣੀ ਬ੍ਰਹਮਪੁਰਾ ਦੇ ਨਾਲ ਕਿ ਇੱਕ ਦੂਜੇ ਨੂੰ ਫੋਨ ਕਰਕੇ ਉਹ ਬ੍ਰਹਮਪੁਰ ਦੀ ਅੱਜ ਮੈਂ ਸੁਣ ਰਿਹਾ ਸੀ ਕੱਲ ਇਹਨਾਂ ਦੀ ਢੀਂਡਸਾ ਸਾਹਿਬ ਦੀ ਮੈਂ ਇੰਟਰਵਿਊ ਸੁਣੀ ਜੰਮੂ ਉਹਨਾਂ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੇ ਇਹਨਾਂ ਨੂੰ ਫੋਲਿਆ। ਮੈਨੂੰ ਇਸ ਗੱਲ ਦੀ ਨਹੀਂ ਸਮਝ ਲੱਗਦੀ ਕਿ ਇਹ ਨਹੀਂ ਕਿਹਾ ਪੰਜਾਬ ਦਾ ਮਸਲਾ SCPC ਦਾ ਪੰਜਾਬ ਦਾ ਮਸਲਾ ਨਹੀਂਗਾ ਇਹ ਇਹਨਾਂ ਸਿੱਖਾਂ ਦਾ ਮਸਲਾ ਯਾਨੀ ਕਿ ਜਿਹੜੇ ਇਹ ਅਕਾਲੀ ਇੱਕ ਦੂਏ ਉੱਥੇ ਗੋਲਕ ਨੂੰ ਹੱਥ ਪਾਉਣ ਨੂੰ ਫਿਰਦੇ ਆ। ਹਾਂਜੀ ਜੀ ਜੀ ਹਾਂਜੀ ਗੱਲ ਸੁਣੋ ਮੇਰੇ ਧਿਆਨ ਨਾਲ ਵੀ ਇਹ ਲੋਕਾਂ ਨੂੰ ਇਦਾਂ ਪਾਗਲ ਬਣਾ ਰਹੇ ਆ ਕਿ ਅਸੀਂ ਹੁਣ ਆ ਗਏ ਆ ਬਾਹਰ ਨਿਕਲੇ ਪਾਗਲ ਤੋਂ ਬਾਲ ਦਾ ਚੋਰ ਸੀ ਇਹਨੂੰ 40 ਸਾਲ 30 ਸਾਲ ਨਹੀਂ ਪਤਾ ਲੱਗਾ ਉਹ ਚੋਰ ਸੀ ਪ੍ਰਾਪਰਟੀਆਂ ਸਾਹਮਣੇ ਬਣਾਉਂਦਾ ਸੀ। ਇਹਦਾ ਪੁੱਤਰ ਢੀਂਡਸਾ ਉਸੇ ਹੀ ਸਾਧ ਦੇ ਡੇਰੇ ਤੇ ਵੋਟਾਂ ਮੰਗਣ ਗਿਆ ਕਿ ਨਹੀਂ ਉਹਨੂੰ ਕਿਹਨੇ ਭੇਜਿਆ ਬਾਦਲ ਨੇ ਭੇਜਿਆ ਨਾ ਜੀ ਜੀ। ਉਹ ਕਿੱਦਾਂ ਮੁੱਕਰ ਜਾਊਗਾ ਕਿ ਅਸੀਂ ਸਾਧ ਦੇ ਡੇਰੇ ਤੇ ਨਹੀਂ ਜਾਂਦੇ। ਠੀਕ ਹੈ ਜੀ। ਕੀ ਕੁਛ ਸਿੱਖਿਆ ਹੈ ਨਹੀਂ ਇਹ ਗੱਲਾਂ ਭੁੱਲ ਜਾਓ ਕਿ ਇਹ ਕਿਸੇ ਦਾ ਮੁਕਾਬਲਾ ਕਰਨਗੇ। ਇਹ ਤਾਂ ਆਪਣਾ ਆਪ ਮੁਕਾਬਲਾ ਨਹੀਂ ਕਰ ਸਕਦੇ। ਇਹ ਤਾਂ ਬਾਹਲੇ ਜਾਲੀ ਫਲੈਗ ਆ। ਮੈਂ ਉਹਨੂੰ ਕਦੀ ਅਕਾਲੀ ਨਹੀਂ ਮੰਨਦਾ ਇਹਨਾਂ ਨੂੰ ਮੈਂ ਜਾਲੀ ਫਲੈਗ ਮੰਨਦਾ। ਇਹ ਜਿੰਨੇ ਮਰਜ਼ੀ ਟੋਲੇ ਬਣਾ ਲੈਣ ਇਹਨਾਂ 'ਚ ਕੋਈ ਸਿੱਖੀ ਨਹੀਂ ਕੋਈ ਸਿੱਖ ਨਹੀਂਗਾ। ਇਹ ਸਿਰਫ ਇੱਕ ਲੋਕਾਂ ਨੂੰ ਪਾਗਲ ਬਣਾਉਂਦੇ ਫਿਰਦੇ ਆ। ਮਿਹਰਬਾਨੀ। ਬਾਕੀ ਤੁਹਾਨੂੰ ਸਾਰਾ ਕੁਝ ਪਤਾ ਹੁਣ ਇਹਦੇ ਬਾਰੇ ਤਾਂ ਕੋਈ ਜੇ ਚਲੋ ਮੈਂ 3 ਸਵਾਲ ਕਰਦਾ ਇਹਨਾਂ ਨੂੰ ਹੁਣ ਢੀਂਡਸੇ ਨੂੰ। ਪਹਿਲਾ ਸਵਾਲ ਮੇਰਾ ਇਹ ਜੇਕਰ ਇਹ ਸਰਕਾਰ ਬਣਾਉਂਦਾ ਆਪਣੇ ਏਜੰਡੇ ਤੇ ਇਹ ਗੱਲ ਲਿਖੇ ਕਿ ਜਿੰਨੀਆਂ ਪੈਨਸ਼ਨਾਂ 4 ਲੈਂਦਾ ਇਹ ਪਹਿਲੇ ਹੱਲੇ ਪੈਨਸ਼ਨ ਇੱਕ ਕਰੂਗਾ ਸਰਕਾਰ ਦੀ ਜਿੰਨੇ ਵੀ MLA ਆ ਜਿੰਨੇ ਵੀ ਇੱਕ ਪੈਨਸ਼ਨ ਕਰੂਗਾ ਜੀ। ਦੂਜੀ ਗੱਲ ਇਨਕਮ ਟੈਕਸ ਦੇਣਗੇ। ਤੀਜੀ ਗੱਲ ਆਪਣੇ ਪਰਿਵਾਰਾਂ ਦਾ ਇਲਾਜ ਆਪਣੇ ਜੇਬ ਚੋਂ ਕਰਨਗੇ ਤਨਖਾਹ ਲੈਂਦੇ ਆ ਜੀ। ਇਹ ਗਵਰਨਮੈਂਟ ਤੇ ਕਿਉਂ ਬੋਝ ਬਣਦੇ ਆ? ਕਿੰਨੇ ਕਰੋੜ ਰੁਪਈਆ ਹੁਣ ਤਾਂ ਇਹਨਾਂ ਨੇ ਗਵਰਨਮੈਂਟ ਤੇ ਕੋਈ ਵੀ ਜਿਹੜਾ ਸਿਮਰਜੀਤ ਬੈਂਸ ਆ 4 ਲੱਖ ਰੁਪਈਆ ਇਹਨੇ ਲਿਆ ਹੁਣ ਪਿੱਛੇ ਜੇ ਆਪਣੇ ਇਲਾਜ ਲਈ ਰਾਈਟ ਹੈ ਨਾ। ਤੁਸੀਂ ਦੇਖੋ ਵੀ ਇਹ ਕਿੱਥੇ ਤੱਕ ਲੋਕ ਪੰਜਾਬ ਨੂੰ ਖਾਂਦੇ ਆ ਤੇ ਇਹ ਲੋਕਾਂ ਨੂੰ ਪਾਗਲ ਬਣਾਉਂਦੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਕੋਈ ਗੱਲ ਕਰਾਂਗੇ। ਬਹੁਤ ਹੀ ਇੱਕ ਬੇਸ਼ਰਮੀ ਵਾਲੀ ਗੱਲ ਆ। ਮਿਹਰਬਾਨੀ। ਰਜਿੰਦਰ ਸਿੰਘ ਨੇ ਨਿਊਯਾਰਕ ਤੋਂ ਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ। ਉਹਨਾਂ ਨੇ 3 ਸਵਾਲ ਪੁੱਛੇ ਆ ਕਿ ਉਹ ਉਹਨਾਂ ਦਾ ਜਵਾਬ ਦੇਣ। ਤੁਸੀਂ ਉਹਨਾਂ ਨੂੰ ਸੁਣੀ ਲਿਆ ਵਾ ਔਰ ਉਹਨਾਂ ਨੂੰ ਲੱਗਦਾ ਵਾ ਕਿ ਕੋਈ ਬਹੁਤਾ ਫਰਕ ਨਹੀਂ ਪੈਣਾ। ਇੱਕ ਜਾਲੀ ਝੰਡਾ ਵਾ ਜਾਲੀ ਫਲੈਗ ਆ ਜਿਹਨੂੰ ਉਹ ਲੈ ਕੇ ਬਾਹਰ ਤੁਰੇ ਨੇ। ਮੀਨਵਾਈਲ ਪ੍ਰਗਟ ਬਲ ਸਾਡੇ ਨਾਲ ਜੁੜੇ ਨੇ। ਪਰਮਿੰਦਰ ਸਿੰਘ ਗੋਲਡੀ ਵੀ ਜੁੜੇ ਨੇ। ਰਾਜਾ ਸਨਮਾਨਵੀਰ ਦਾ ਵੀ ਤਾਜ਼ਾ ਕਮੈਂਟ ਆਇਆ ਵਾ। ਰਵਿੰਦਰ ਸਿੰਘ ਸੋਢੀ ਦਾ ਵੀ ਤਾਜ਼ਾ ਕਮੈਂਟ ਆਇਆ ਵਾ। ਬਹੁਤ ਸਾਰੇ ਕਮੈਂਟ ਗਰਭ ਪੰਜਾਬ ਦੇ ਪੇਜ ਦੇ ਉੱਪਰ ਵੀ ਆਏ ਆ। ਪਵਨ ਹੂਜਾ ਕਹਿ ਰਹੇ ਨੇ ਇੱਕ ਨਵੇਂ ਫਰੰਟ ਦੀ ਲੋੜ ਆ ਤੀਜੇ ਫਰੰਟ ਦੀ ਲੋੜ ਆ। ਤਰਸੇਮ ਸਿੰਘ ਕਹਿ ਰਹੇ ਨੇ ਇੱਕ ਰੀਜਨਲ ਖੇਤਰੀ ਪਾਰਟੀ ਦੀ ਲੋੜ ਆ। ਮੀਨਵਾਈਲ ਅਮਰਜੀਤ ਸਿੰਘ ਗਰੇਵਾਲ ਕਹਿ ਰਹੇ ਨੇ ਕਿ ਇਹ ਕਾਮਯਾਬ ਨਹੀਂ ਹੋ ਸਕਦੇ। ਢੀਂਡਸਾ ਕਾਮਯਾਬ ਨਹੀਂ ਹੋ ਸਕਦੇ ਜਿਹੜੇ ਆਪਣੇ ਨੂੰ ਬ੍ਰਹਮਪੁਰਾ ਨੂੰ ਵੀ ਨਾਲ ਆਪਣੇ ਨਹੀਂ ਤੋਰ ਸਕੇ। ਮੀਨਵਾਈਲ ਹਰਮਨ ਬੋਪਰ ਰਾਏ ਗਗਨ ਗਿੱਲ ਮਨਜਿੰਦਰ ਗਿੱਲ ਚਰਨਜੀਤ ਗੁਲਪੁਰੀ ਤਾਰਾ ਮੰਗਟ ਹੁਣੀ ਵੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ। ਤਾਰਾ ਮੰਗਟ ਕਹਿ ਰਹੇ ਨੇ ਕਿ ਢੀਂਡਸਾ ਇੱਕ ਇਮਾਨਦਾਰ ਕੈਪੇਬਲ ਲੀਡਰ ਨੇ ਉਹਨਾਂ ਤੇ ਗਿਵ ਅਪ ਨਾ ਕਰੋ ਉਹਨਾਂ ਤੇ ਆਸ ਨਾ ਛੱਡੋ ਸ਼ਾਇਦ ਉਹ ਇੱਕ ਨਵੀਂ ਰਾਜਨੀਤੀ ਅੱਗੇ ਲਿਆ ਸਕਣ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਸ਼ੇਰ ਸਿੰਘ ਜੀ। ਸੰਧੂ ਸਾਹਿਬ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਚਲੋ ਅਕਾਲੀ ਦਲ ਆਪਣਾ ਢੀਂਡਸੇ ਨੇ ਵੱਖਰਾ ਕਾਂਗਰਸ ਚ ਲਿਆ ਵੈਸੇ ਪਹਿਲਾਂ ਹੀ ਪਾਰਟੀਆਂ ਤਾਂ ਕਿੰਨੀਆਂ ਅਕਾਲੀ ਦਲ ਚ ਕਿੰਨੀਆਂ ਹੋ ਗਈਆਂ ਆਪਾਂ ਦੇਖੀਏ ਰਾਈਟ ਜੀ। ਤੇ ਜਿਵੇਂ ਇਹ ਵੀ ਵੱਖਰਾ ਹੋਣਾ ਤੇ ਜਦੋਂ ਇਹ ਆਪਦਿਆਂ ਨੂੰ ਟਕਸਾਲੀਆਂ ਨਾਲ ਇੱਕ ਸੋਚ ਮਿਲਦੀ ਸੀ ਜਿਹੜੇ ਦੁੱਖ ਤੋਂ ਉਹ ਨਿਕਲੇ ਸੀ ਇਸੇ ਦੁੱਖ ਤੋਂ ਮੇਰੇ ਖਿਆਲ ਇਹ ਨਿਕਲਿਆ ਸੀ ਫਿਰ ਇਹਨਾਂ ਦਾ ਏਕਾ ਕਿਉਂ ਨਹੀਂ। ਤੇ ਮੈਂ ਇਹ ਕਹੂੰਗਾ ਵੀ ਇਹਦੇ ਚ ਬਾਜੀ ਤਾਂ ਜਿਹੜੇ ਘਾਗ ਸਿਆਸਤਾਨ ਹੈ ਸਰਵੈਤੀ ਪਾਰਟੀਆਂ ਦੋਨੇ ਉਹੀ ਮਾਰ ਜਾਣਗੇ। ਜਾਂ ਕਾਂਗਰਸ ਨੂੰ ਫਾਇਦਾ ਹੋ ਜੂ ਜੇ ਨਾ ਤਾਂ ਅਕਾਲੀ ਦਲ ਤੇ ਜੇ ਕਾਂਗਰਸ ਦੀ ਬਾਹਲੀ ਛਵੀ ਦਿਖਦੀ ਗਈ ਤਾਂ ਇੱਕ ਭਾਜਪਾ ਆਪਣੇ ਅਕਾਲੀ ਦਲ ਬਾਦਲ ਵਾਲੇ ਲੈ ਜਾਣਗੇ ਕਿਉਂਕਿ ਘਾਗ ਹੈ ਇਹਨਾਂ ਗੱਲਾਂ ਚ
ਇਹਨਾਂ ਨੇ ਹਜੇ ਤਾਈਂ ਉੱਠਣ ਨਹੀਂ ਦਿੱਤਾ, ਜਿਹੜਾ ਵੀ ਬੰਦਾ ਇਹਨਾਂ ਚੋਂ ਰੁੱਸ ਕੇ ਪਾਸੇ ਹੋਇਆ। ਪਰ ਮੈਂ ਇੱਕ ਗੱਲ ਕਰੂੰਗਾ ਸੰਧੂ ਸਾਹਿਬ, ਸਭ ਤੋਂ ਵੱਡਾ ਅਸਰ ਇਹਦਾ ਜਿਹੜੀ ਆਪਾਂ ਉਮੀਦ ਕਰਦੇ ਸੀ ਕਿ ਤੀਜਾ ਫਰੰਟ ਬਣੇ ਜਾਂ ਤੀਜੀ ਪਾਰਟੀ ਇਹਨਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ, ਉਹਦੀ ਉਮੀਦ ਜ਼ਰੂਰ ਫਿੱਕੀ ਪੈਂਦੀ ਜਾ ਰਹੀ ਹੈ, ਕਿਉਂਕਿ ਅੱਡੇ ਅੱਡੀ ਹੁੰਦੇ ਜਾ ਰਹੇ ਇੰਨੀਆਂ ਪਾਰਟੀਆਂ ਦਾ ਕੀ ਬਣਨਾ, ਠੀਕ ਹੈ ਨਾ ਜੀ। ਆਪਾਂ ਤਾਂ ਸੋਚਦੇ ਸੀ ਚਲੋ ਜਿਹੜੇ ਵੀ ਰਵਾਇਤੀ ਪਾਰਟੀਆਂ ਤੋਂ ਖੜਾ ਛੁਡਾਉਣਾ ਚਾਹੁੰਦੇ ਆ ਜਾਂ ਇਹਨਾਂ ਨੂੰ ਲਾਂਭੇ ਕਰਨਾ ਚਾਹੁੰਦੇ ਆ, ਜੋ ਇਹਨਾਂ ਨੇ ਕੋਈ ਵੀ ਚੰਗੀ ਸਿਆਸਤ ਨਹੀਂ ਦਿੱਤੀ, ਗੰਦੀ ਸਿਆਸਤ ਦਿੱਤੀ ਹੁਣ ਤਾਈਂ, ਇਹਨਾਂ ਤੋਂ ਖੜਾ ਛੁਡਾਉਣ ਲਈ ਘੱਟੋ ਘੱਟ ਜਿਹੜੇ ਲਾਈਕ ਮਾਈਂਡਡ ਆ, ਜਿਹੜੇ ਇਹਨਾਂ ਤੋਂ ਅੱਕੇ ਹੋਏ ਆ, ਉਹ ਤਾਂ ਇਕੱਠੇ ਹੋ ਜਾਣ। ਤੇ ਉਹ ਉਮੀਦ ਮੇਰਾ ਖਿਆਲ ਹੈ ਵੀ ਫਿੱਕੀ ਪੈਂਦੀ ਜਾਂਦੀ ਹੈ ਤੇ ਅਖੀਰ ਨੂੰ ਇਹਨਾਂ ਦੀਆਂ ਹੀ ਚੱਲਣੀਆਂ, ਜਿਵੇਂ ਕਹਿੰਦੇ ਹੁੰਦੇ ਆ ਇਸ ਵਾਰੀ ਇਹ ਨਹੀਂ ਸੀ ਤਾਂ ਦੂਜੇ ਸਹੀ। ਲੋਕਾਂ ਕੋਲੇ ਕੋਈ ਚੁਆਇਸ ਨਹੀਂ ਰਹੂਗੀ। ਕਮਜ਼ੋਰੀਆਂ ਅੱਗੇ ਵੀ ਆਪਾਂ ਗੱਲ ਕਰਦੇ ਲੋਕਾਂ 'ਚ ਨਹੀਂ, ਜਿਹੜਾ ਬਦਲ ਚਾਹੁੰਦੇ ਆ, ਜਿਨ੍ਹਾਂ ਨੇ ਇਹਨਾਂ ਤੋਂ ਖੜਾ ਛੁਡਾਉਣਾ ਬਿਆਨਤਦਾਰੀ ਉਹਨਾਂ ਦੇ ਵਿੱਚ ਹੈ ਨਹੀਂ ਸੰਧੂ ਸਾਹਿਬ। ਸੋ ਘਾਟਾ ਉਹਨਾਂ ਲੋਕਾਂ ਨੂੰ ਆ, ਮੈਂ ਕਹੂੰਗਾ ਲੋਕਾਂ ਦੀ ਕਿਸਮ ਦੀ ਸਮਝ ਲਓ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਪੋਲੀਟੀਕਲ ਤੌਰ ਤੇ ਮਾੜੀ ਆ, ਸਾਨੂੰ ਕੋਈ ਯੋਗ ਪਾਰਟੀ ਨਹੀਂ ਮਿਲ ਰਹੀ ਜਿਹੜੀ ਕਿ ਪੰਜਾਬ ਦਾ ਭਲਾ ਕਰ ਸਕੇ। ਸੰਧੂ ਸਾਹਿਬ ਮੈਂ ਤਾਂ ਇੱਕ ਗੱਲ ਹੋਰ ਕਹੂੰਗਾ ਤੁਹਾਨੂੰ, ਮੇਰੀ ਆਦੀ ਹੈ ਜਿਹੜਾ ਆਪਣਾ ਐਕਟ ਨਵਾਂ ਚੱਲਿਆ ਜਿਹਦੇ ਥੱਲੇ 20 ਰੈਫਰੈਂਡਮ ਦੇ ਨਾਂ ਦੇ ਥੱਲੇ ਨੌਜਵਾਨ ਹੈਗੇ ਜਿਹੜੇ ਉਹਨਾਂ ਨੂੰ ਉਹ ਅਰੈਸਟ ਕਰ ਰਹੇ ਨੇ, ਉਹਦੇ ਬਾਰੇ ਵੀ ਜ਼ਰੂਰ ਤੁਸੀਂ ਆਵਾਜ਼ ਉਠਾਓ ਤੇ ਲੈ ਕੇ ਆਓ ਵੀ ਇਹ ਬੰਦ ਹੋਣਾ ਚਾਹੀਦਾ। ਇਹਦੇ ਥੱਲੇ ਕਈ ਮੇਰੇ ਖਿਆਲ ਦੇ ਹੱਥੇ ਨੌਜਵਾਨ ਮਤਲਬ ਵੀ ਗ੍ਰਿਪ 'ਚ ਆ ਜਾਣਗੇ, ਕਿਤੇ ਉਹ ਨਾ ਹੋਵੇ 84 ਵਾਲਾ ਜਾਂ ਪਹਿਲਾਂ ਐਮਰਜੈਂਸੀ ਵਾਲਾ ਦੌਰ ਚੱਲ ਜਾਵੇ, ਗਾਂਧੀ ਜੀ ਨੇ ਵੀ ਕਿਹਾ ਉਹੋ ਜਿਹਾ ਨਾ ਦੌਰ ਚੱਲ ਜਾਵੇ। ਜਿਹੜੇ ਨੇ ਤਾਂ ਕੀਤਾ ਹੁੰਦਾ ਸੰਧੂ ਸਾਹਿਬ ਮਾੜਾ ਮੋਟਾ ਚਲੋ ਉਹ ਤਾਂ ਦੁੱਖ ਚੱਲ ਲੈਂਦਾ, ਪਰ ਜਿਹੜੇ ਨਜਾਇਜ਼ ਬਿਲਕੁਲ ਹੀ ਕੁੱਟੇ ਜਾਂਦੇ ਫਿਰ ਉਹਨਾਂ ਕੋਲੇ ਇਹੋ ਜਿਹੇ ਐਕਸ਼ਨ ਕਰਨ ਤੋਂ ਸਾਰੇ ਰਾਹ ਨਹੀਂ ਰਹਿ ਜਾਂਦਾ, ਉਹ ਫਿਰ ਅੱਤਵਾਦ ਦੇ ਰਾਹ ਪੈਂਦੇ ਆ। ਇਹ ਜ਼ਰੂਰ ਸੰਭਲੋ ਨਾ ਕਿ ਪੰਜਾਬ ਹੋਰ ਨਾ ਧੁੱਖ ਦੀ ਅੱਗ ਕੰਨੀ ਫੇਰ ਝੋਕਿਆ ਜਾਵੇ ਇਸ ਨਾਂ ਦੇ ਥੱਲੇ। ਤੇ ਲੋਕਾਂ ਨੂੰ ਵੀ ਜਾਗਰਤ ਹੋਣਾ ਚਾਹੀਦਾ। ਤੁਸੀਂ ਵੀ ਆਵਾਜ਼ ਉਠਾਓ ਸੰਧੂ ਸਾਹਿਬ। ਮਿਹਰਬਾਨੀ, ਥੈਂਕ ਯੂ ਸ਼ੇਰ ਸਿੰਘ ਜੀ। ਬਿਲਕੁਲ ਕੋਈ ਬੇਗੁਨਾਹ ਜਿਹੜੇ ਨੌਜਵਾਨ ਹੈ ਉਹਨਾਂ ਦੇ ਝੂਠੇ ਕੇਸ ਬਿਲਕੁਲ ਨਹੀਂ ਬਣਨੇ ਚਾਹੀਦੇ। ਸੋ ਇਹਦੇ ਤੇ ਬਿਲਕੁਲ ਪੁਲਿਸ ਨੂੰ ਬਹੁਤ ਸੋਚ ਸਮਝ ਕੇ ਆਪਣੇ ਕਦਮ ਚੁੱਕਣੇ ਚਾਹੀਦੇ ਆ। ਪਰ ਮੈਂ ਇੱਥੇ ਇਹ ਵੀ ਕਹੂੰਗਾ ਕਿ ਜਿਹੜੀਆਂ ਬਹੁਤ ਸਾਰੀਆਂ ਬਾਹਰਲੇ ਮੁਲਕਾਂ ਤੋਂ ਅਨਨੋਨ ਨੰਬਰਸ ਤੋਂ ਜਾਂ ਵੱਖਰੇ ਨੰਬਰਾਂ ਤੋਂ ਜਿਹੜੀਆਂ ਕਾਲਸ ਆ ਰਹੀਆਂ ਵਾ ਰੈਫਰੈਂਡਮ ਵਾਸਤੇ ਪੰਜਾਬ ਦੇ ਵਿੱਚ, ਉਹਦੇ ਨਾਲ ਜਿਹੜੇ ਬਾਹਰ ਵਾਸਤੇ ਪੰਜਾਬੀ ਆ ਉਹਨਾਂ ਦੀ ਪੋਜੀਸ਼ਨ ਵੀ ਬੜੀ ਔਕਵਰਡ ਹੋ ਰਹੀ ਆ। ਸੋ ਇਹਦੇ ਤੇ ਵੀ ਤੁਹਾਨੂੰ ਸਾਰਿਆਂ ਨੂੰ ਬਾਹਰ ਵਾਸਤੇ ਪੰਜਾਬੀਆਂ ਨੂੰ ਇਹਦੇ ਤੇ ਵੀ ਗੌਰ ਕਰਨਾ ਚਾਹੀਦਾ ਵਾ। ਲਗਾਤਾਰ ਪੰਜਾਬ ਦੇ ਲੋਕਾਂ ਨੂੰ ਬਾਹਰੋਂ ਕਾਲਸ ਆ ਰਹੀਆਂ ਵਾ ਔਰ ਇਹ ਜਿਹੜੀਆਂ ਕਾਲਸ ਆ ਉਹਦੇ ਨਾਲ ਜਿਹੜੇ ਬਾਹਰ ਵਾਸਤੇ ਪੰਜਾਬੀ ਆ ਉਹ ਅੰਡਰ ਸਕਰੂਟਨੀ ਜਿਹੜੇ ਆ ਉਹ ਹੋ ਸਕਦੇ ਆ। ਮੀਨਵਾਈਲ ਕੁਝ ਸੱਜਣਾਂ ਨੇ ਕਿਹਾ ਵਾ ਕਿ ਢੀਂਡਸਾ ਪਰਿਵਾਰ ਦਾ ਇਨਫਲੂਐਂਸ ਸਿਰਫ ਸੰਗਰੂਰ ਤੇ ਪਟਿਆਲੇ ਦੇ ਵਿੱਚ ਆ। ਇਹਦੇ ਜਵਾਬ ਦੇ ਵਿੱਚ ਬਹੁਤ ਸਾਰੇ ਕਮੈਂਟਸ ਆਏ ਆ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਸਿਰਫ ਸੰਗਰੂਰ ਜ਼ਿਲ੍ਹੇ ਵਿੱਚ ਹੀ ਕੁਝ ਪ੍ਰਭਾਵ ਹੈ, ਪਟਿਆਲੇ ਵਿੱਚ ਵੀ ਕੋਈ ਆਧਾਰ ਨਹੀਂ ਢੀਂਡਸਾ ਪਰਿਵਾਰ ਦਾ। ਰਾਣਾ ਪਰਮਜੋਤ ਕਹਿ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਪਟਿਆਲੇ 'ਚ ਢੀਂਡਸਾ ਪਰਿਵਾਰ ਦਾ ਕੋਈ ਆਧਾਰ ਨਹੀਂ। ਆਰ ਐਸ ਸੰਧੂ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਤੇ ਜੁੜ ਗਏ ਨੇ। ਉਹ ਕਹਿ ਰਹੇ ਨੇ $200,000 ਜਿਹੜਾ ਪੈਨਸ਼ਨ ਦਿੱਤੀ ਜਾਂਦੀ ਆ, ਕੀ ਇਹ ਸਹੀ ਆ? ਸੰਧੂ ਸਾਹਿਬ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਜੀ। ਤੁਸੀਂ ਗੱਲ ਕਰ ਰਹੇ ਜੀ ਵੀ $200,000 ਬਤੌਰ ਤਨਖਾਹਾਂ ਤੇ ਪੈਨਸ਼ਨ ਜਿਹੜੇ ਲੋਕੀ ਅਕਾਲ ਤਖਤ ਨਾਲ ਜੁੜੇ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ। ਹਾਂ, ਜਿਹੜੀ ਕੁਝ ਲੋਕਾਂ ਨੇ ਖਾਸ ਕਰ ਰਜਿੰਦਰ ਨੇ ਗੱਲ ਕੀਤੀ ਸੀ ਪੈਨਸ਼ਨ ਇੱਕ ਹੋਣੀ ਚਾਹੀਦੀ। ਸਾਡਾ ਵੀ ਮੰਨਣਾ ਵਾ ਵੀ MPs ਵਾਸਤੇ MLAs ਵਾਸਤੇ ਪੈਨਸ਼ਨ ਇੱਕੋ ਹੀ ਹੋਣੀ ਚਾਹੀਦੀ ਹੈ, ਨਾ ਕਿ ਦੁਬਾਰਾ ਚੁਣਨ ਦੇ ਉੱਤੇ ਪੈਨਸ਼ਨ ਵਧੀ ਜਾਵੇ। ਔਰ ਕਈ ਲੋਕਾਂ ਦੀ 3-3, 4-4 ਲੱਖ 5-5 ਲੱਖ ਜਿਹੜੀ ਆ ਉਹ ਪੈਨਸ਼ਨ ਬਣੀ ਹੋਈ ਆ। ਮੀਨਵਾਈਲ ਹੋਰ ਵੀ ਕਾਫੀ ਸੱਜਣ ਸਾਡੇ ਨਾਲ ਇਸ ਵੇਲੇ ਜੁੜੇ ਨੇ, ਪਰ ਮੈਂ ਇੱਕ ਹੋਰ ਕਾਲ ਲੈ ਕੇ ਫਿਰ ਥੋੜੀ ਜੀ ਬ੍ਰੇਕ ਲਊਂਗਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ। ਸੰਧੂ ਸਾਹਿਬ ਗੱਲ ਇਹ ਆ ਵੀ ਜਿਹੜੀ ਪੈਨਸ਼ਨ ਹੈ ਨਾ ਇਹ ਤੇ ਜਾਂ ਤਾਂ ਮਤਲਬ ਹੋਣੀ ਨਹੀਂ ਚਾਹੀਦੀ, ਤੇ ਜੇ ਹੈ ਵੀ ਹੈ ਤੇ ਹਰ ਬੰਦੇ ਨੂੰ ਉਸ ਨੂੰ ਇੱਕ ਪੈਨਸ਼ਨ ਮਿਲਣੀ ਚਾਹੀਦੀ ਹੈ ਜਿਹਦੇ ਚ ਉਹਨੇ 5 ਸਾਲ ਦਾ ਟੈਨਿਓਰ ਪੂਰਾ ਕੀਤਾ ਹੋਵੇ ਜੀ। ਜੇ 1-2 ਸਾਲਾਂ ਬਾਅਦ ਵਜ਼ਾਰਤ ਟੁੱਟ ਗਈ, 3 ਬਾਅਦ ਟੁੱਟ ਗਈ ਤੇ ਉਹਨੂੰ ਉਹ ਵੀ ਗਿਣ ਲਓ ਉਹ ਤੇ ਫਿਰ ਪੈਨਸ਼ਨਾਂ ਹੀ ਰਹਿ ਗਈਆਂ। ਪਬਲਿਕ ਨੂੰ ਤਾਂ ਖਾਣ ਨੂੰ ਰੋਟੀ ਵੀ ਨਹੀਂ ਲੱਭਣੀ। ਸੋਢੀ ਸਾਹਿਬ ਜਾਂਦੇ ਅਕਾਲੀ ਦਲ 2016 ਦੇ ਵਿੱਚ ਇਹ ਕਾਨੂੰਨ ਬਣਾ ਗਏ ਵੀ ਜੇ ਤੁਸੀਂ ਇੱਕ ਦਿਨ ਵਾਸਤੇ ਵੀ MLA ਰਹਿ ਜਾਓ, ਤੁਸੀਂ ਸਹੁੰ ਚੁੱਕ ਲਈ ਆ ਤੇ ਤੁਸੀਂ ਪੈਨਸ਼ਨ ਦੇ ਹੱਕਦਾਰ ਜੇ। ਗੱਲ ਇਹ ਆ ਜੀ, ਕਈ ਲੋਕੀ ਕਹਿੰਦੇ ਨਾ ਮੈਂ MA ਇੰਗਲਿਸ਼ ਕੀਤੀ ਆ, ਕੋਈ ਕਹਿੰਦਾ ਮੈਂ MA ਪੋਲੀਟੀਕਲ ਸਾਇੰਸ ਕੀਤੀ ਆ, ਕੋਈ ਕਹਿੰਦਾ ਮੈਂ MA ਸਾਇੰਸ ਦੀ ਮੈਥ ਦੀ ਕੀਤੀ ਆ। ਤੇ ਇੱਕ ਹੁੰਦੀ ਆ
MAL ਤੇ ਇੱਕ ਹੁੰਦੀ ਆ MAD। ਇਹ ਜਿਹੜੇ ਅਕਾਲੀ ਦਲ ਆ ਨੇ MAL ਕੀਤੀ ਆ। ਵੀ MA ਕੀਤੀ ਆ ਲੈਣ ਦੀ, D ਨਹੀਂ ਕੀਤੀ, ਦੇਣ ਦੀ ਨਹੀਂ ਕੀਤੀ ਕੋਈ ਵੀ। ਹੈ ਨਾ, ਇਹਨਾਂ ਨੇ ਜੋ ਕੁਝ ਵੀ ਹੈ ਨਾ ਇਹਨਾਂ ਨੇ ਆਪਣੇ ਵੱਲ ਕਰਨਾ। ਪੰਜਾਬ ਦਾ ਅਗਰ ਤੁਸੀਂ ਭਲਾ ਚਾਹੁੰਦੇ ਹੋ ਤੇ ਉਹ ਬੰਦਾ ਤੁਹਾਨੂੰ ਚਾਹੀਦਾ। ਜਿੱਦਾਂ ਗੁਰੂ ਸਾਹਿਬ ਨੇ ਕਿਹਾ ਸੀ ਨਾ ਵੀ ਪੰਥ ਵਸੇ ਤੇ ਮੈਂ ਉਜੜਾ ਜੀ, ਔਰ ਉਹਨੇ ਸਭ ਕੁਝ ਆਪਣੇ ਉੱਤੇ ਕਰਕੇ ਸਾਰਾ ਪਰਿਵਾਰ ਵਾਰ ਕੇ ਵਿਖਾਤਾ ਸੀ। ਪੰਜਾਬ ਉਸ ਬੰਦੇ ਦੇ ਹੱਥ ਦੇ ਵਿੱਚ ਜਿਹੜਾ ਹੈ ਸਹੀ ਰਹਿਣਾ। ਜਿਹੜਾ ਬੰਦਾ ਕਵੇ ਬਈ ਪੰਜਾਬ ਵਸੇ ਤੇ ਮੈਂ ਉਜੜਾ, ਜਿੱਦਾਂ ਗਿਆਨੀ ਕਰਤਾਰ ਸਿੰਘ ਸੀ ਜੀ, ਗਿਆਨੀ ਜੈਲ ਸਿੰਘ ਸੀ, ਹੋਰ ਇਹੋ ਜਿਹੀਆਂ ਬੜੀਆਂ ਮਤਲਬ ਸ਼ਖਸੀਅਤਾਂ ਜਿਹੜੀਆਂ ਪੁਰਾਣੇ ਸਮੇਂ ਚਲੀਆਂ ਗਈਆਂ ਉਹ ਹੈਗੀਆਂ ਸੀ ਜਿਹੜੀਆਂ ਮੈਂ ਉਜੜਾ ਤੇ ਪੰਜਾਬ ਵਸੇ ਵਾਲਾ ਕਹਿ ਗਿਆ। ਇਹ ਜਿੰਨਾ ਚਿਰ ਇਹੋ ਜਿਹਾ ਬੰਦਾ ਨਹੀਂ ਆਉਂਦਾ ਉਹਨਾਂ ਚਿਰ ਪੰਜਾਬ ਦਾ ਕੁਛ ਨਹੀਂ ਜੇ ਹੋਣ ਵਾਲਾ। ਵੀ ਉਹ ਇੱਕ ਸ਼ਿਕਾਰ ਹੁੰਦਾ, ਸ਼ਿਕਾਰ ਮਾਰਿਆ ਹੋਵੇ, ਪਹਿਲਾਂ ਸ਼ੇਰ ਮਾਰਦਾ, ਮੁੜ ਕੇ ਉਹਨੂੰ ਚੀਤਾ ਆ ਕੇ ਫੜ ਲੈਂਦਾ, ਫਿਰ ਉਹ ਲੱਕੜ ਬੱਗੇ ਕਈ ਫੜ ਲੈਂਦੇ, ਸਾਰੇ ਉਹਨੂੰ ਖਾਂਦੇ ਹੀ ਖਾਂਦੇ, ਛੱਡਦੇ ਉਹਨੂੰ ਹੈ ਨਹੀਂ। ਚਾਹੀਦਾ ਤੇ ਇਹ ਆ ਵੀ ਜਿਹੜਾ ਪੰਜਾਬ ਦੀ ਸੰਘੀ ਕਰਜ਼ੇ ਦੇ ਵਿੱਚੋਂ ਕੱਢ ਕੇ ਤੇ ਉਹਨੂੰ ਹੌਲੀ ਹੌਲੀ ਪਲੋਸ ਕੇ ਖੜਾ ਕਰੇ ਵੀ ਕੋਈ ਨਹੀਂ ਖੜਾ ਹੋ ਜਾ, ਫੇਰ ਤੈਨੂੰ ਖਾ ਜਾਵਾਂਗੇ, ਫੇਰ ਮੌਕਾ ਵੇਖਿਆ ਜਾਊਗਾ। ਪਰ ਅਜੇ ਸਾਰੇ ਉਹਨੂੰ ਖਾਊ ਯਾਰ ਟੱਕਰਦੇ ਆ। ਰਹੀ ਗੱਲ ਮੈਂ ਅਕਾਲੀ ਦਲ ਦੇ ਉੱਤੇ, ਇੱਕ ਮੈਨੂੰ ਬੜਾ ਤਗੜਾ ਰੋਸ ਹੈ। ਮੈਂ ਵੀ ਮਤਲਬ ਪੰਜਾਬੀ ਆ, ਸਿੱਖ ਵੀ ਆ, ਅਕਾਲੀ ਵੀ ਆ, ਸਭ ਕੁਝ ਹੀ ਆ। ਪਰ ਕੱਲ ਅਕਾਲੀ ਦਲ ਨੇ ਬਹੁਤ ਇੱਕ ਮਾੜਾ ਕੰਮ ਕੀਤਾ। ਉਹਦੇ ਨਾਲ ਸਾਡੇ ਬਾਹਰ ਜਿਹੜੇ ਅਸੀਂ ਪੰਜਾਬੀ ਬੈਠੇ ਆ ਨਾ, ਸਾਡੇ ਦਿਲ ਬੜੇ ਵਲੂੰਦਰੇ ਗਏ, ਹਿਰਦੇ ਵਲੂੰਦਰੇ ਗਏ ਜੀ। ਗੁਰਦਾਸਪੁਰ ਦੇ ਵਿੱਚ 4 ਸਾਲ ਦੀ ਗੱਲ ਆ, 2015 ਦੀ ਕਿ 16 ਦੀ, ਇੱਕ ਸ਼ਿਵ ਸੈਨਾ ਦਾ ਕੋਈ ਇਲਾਕਾ ਲੈਵਲ ਦਾ ਬੰਦਾ ਸੀ, ਇਲਾਕਾ ਲੈਵਲ ਦਾ, ਮਤਲਬ ਕੋਈ ਉਹ ਜ਼ਿਲ੍ਹੇ ਦਾ ਜਾਂ ਸਟੇਟ ਦਾ ਪ੍ਰਧਾਨ ਨਹੀਂ, ਕੋਈ ਸਬ ਡਿਵੀਜ਼ਨ ਦਾ ਜਾਂ ਇੰਨਾ ਕੁ। ਉਹਨੂੰ ਗੋਲੀ ਕਿਸੇ ਨੇ ਮਾਰ ਦਿੱਤੀ, ਵਾਹਿਗੁਰੂ ਜਾਣੇ ਕੌਣ ਸੀ ਮਾਰਦਾ। ਤੇ ਬਾਦਲ ਸਾਹਿਬ ਖੁਦ ਉਹਦਾ ਗੁਰਦਾਸਪੁਰ ਹਸਪੀਟਲ ਦੇ ਵਿੱਚ ਜਿਹੜਾ PEE ਕਿੱਟਾਂ ਆਉਂਦੀਆਂ ਨਾ, ਇਹ ਕਿੱਟ ਪਾ ਕੇ ਉਹਦਾ ਆਪਰੇਸ਼ਨ ਥੀਏਟਰ 'ਚ ਉਹਦਾ ਹਾਲ ਪਤਾ ਕਰਕੇ ਆਏ। ਉਹੋ ਹੀ ਸ਼ਿਵ ਸੈਨਾ ਦਾ ਸੁਧੀਰ ਸੂਰੀ ਆ। 4-5 ਦਿਨ ਉਹਨੇ ਬਾਹਰ ਵਸਦੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਉਹ ਗਾਲ ਵਾਈ ਜਿਹੜੀ ਰਹਿ ਰੱਬ ਦਾ ਨਾ ਸੁਣਨ ਕੰਨ ਪਾਟ ਜਾਂਦੇ ਸੁਣ ਕੇ ਉਹ ਲਫ਼ਜ਼ ਜਿਹੜੇ ਉਹਨੇ ਵਰਤੇ ਆ। ਸਾਰੇ ਅਕਾਲੀ ਦਲ ਨੇ ਸਾਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਆ। ਕੀ ਇੱਕ ਥਾਂ ਤੇ ਕਿਸੇ ਅਕਾਲੀ ਨੇ ਬੋਲਿਆ ਵੀ ਉਹ ਸੂਰੀ ਦੇ ਖਿਲਾਫ ਕੋਈ ਕੇਸ ਚੁੱਕੋ? ਹਾਲਾਂਕਿ ਸੂਰੀ ਨੂੰ ਫਾਹ ਥੋੜਾ ਟੰਗਣਾ ਸੀ, ਕਿਸੇ ਅਕਾਲੀ ਨੇ ਮੰਗ ਹੀ ਕਰਨੀ ਸੀ ਸਰਕਾਰ ਕੋਲੋਂ ਵੀ ਸੂਰੀ ਦੇ ਮੂੰਹ ਦੇ ਉੱਤੇ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਲਗਾਮ ਲਾਵੇ, ਲੇਕਿਨ ਕੋਈ ਨਹੀਂ ਬੋਲਿਆ। ਇਹਦਾ ਮਤਲਬ ਵੀ ਇਹਨਾਂ ਨੂੰ ਆਪਣੀ ਕੁਰਸੀ ਪਿਆਰੀ ਆ, ਸਿੱਖਾਂ ਨੂੰ ਗਾਲਾਂ ਛੱਡ ਕੇ ਜੋ ਮਰਜ਼ੀ ਕਰੀ ਜਾਓ, ਕਿਸੇ ਸਿੱਖ ਨਾਲ ਦਾ ਕੋਈ ਵਾਸਤਾ ਨਹੀਂ। ਤੇ ਇਸ ਕਰਕੇ ਇਹਨਾਂ ਦੇ ਹੱਥਾਂ 'ਚ ਪੰਜਾਬ ਮਹਿਫੂਜ਼ ਨਹੀਂਗਾ। 7 ਅਕਾਲੀ ਦਲ ਬਣ ਗਏ, ਜਿੱਦਣ ਇੱਕ ਅੱਧਾ ਹੋਰ ਬਣ ਗਿਆ ਉਦੋਂ ਦਲ ਬਣ ਜਾਣੀ, ਅਕਾਲੀ ਲੱਥ ਜਾਣਾ, ਇਕੱਲੀ ਦਲ ਹੀ ਰਹਿ ਜਾਣੀ। ਮਿਹਰਬਾਨੀ ਸੋਢੀ ਸਾਹਿਬ, ਬੜੇ ਸਪਸ਼ਟ ਵਿਚਾਰ ਨੇ। ਜਿਸ ਰਫਤਾਰ ਨਾਲ ਅਕਾਲੀ ਦਲ ਬਣ ਰਹੇ ਆ, ਇਹ ਅਕਾਲੀ ਦਲ ਨਹੀਂ, ਇਹ ਦਲ ਬਣ ਰਹੀ ਆ। ਬੜੇ ਵਧੀਆ ਉਹਨਾਂ ਨੇ ਗੱਲ ਕੀਤੀ ਆ। ਮੀਨਵਾਈਲ ਰਾਜਾ ਸਨਮਾਨਵੀਰ ਨੇ ਮੈਨੂੰ ਪੁੱਛਿਆ ਵਾ ਵੀ ਮੇਰਾ ਕੀ ਵਿਚਾਰ ਹੈ ਵੀ ਢੀਂਡਸਾ ਅਕਾਲੀ ਦਲ ਦਾ, ਬਾਦਲ ਅਕਾਲੀ ਦਲ ਦਾ ਕੀ ਅਸਰ ਪਊਗਾ। ਮੈਂ ਆਪਣੇ ਵਿਚਾਰ ਵੀ ਸਾਂਝੇ ਕਰੂੰਗਾ, ਪਰ ਹੁਣ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਗਿਆ। ਬ੍ਰੇਕ ਤੋਂ ਬਾਅਦ ਇਹ ਜਿਹੜਾ ਨਵਾਂ ਅਕਾਲੀ ਦਲ ਬਣਿਆ ਇਹਦਾ ਸੰਕਲਪ ਪੱਤਰ ਕੀ ਆ, ਉਹ 13 ਪੁਆਇੰਟ ਉਹਦੇ ਕੀ ਆ, ਉਹ ਵੀ ਮੈਂ ਸਾਂਝੇ ਕਰੂੰਗਾ। ਔਰ ਬਾਕੀ ਆਪਣੇ ਕਮੈਂਟਸ ਵੀ ਮੈਂ ਇਹਦੇ ਉੱਤੇ ਜ਼ਰੂਰ ਦਊਂਗਾ। ਔਰ ਜਿਹੜੇ ਬਾਕੀ ਇਸ ਵੇਲੇ ਲਗਾਤਾਰ ਕਮੈਂਟਸ ਫੇਸਬੁੱਕ ਦੇ ਉੱਪਰ ਆ ਰਹੇ ਆ, ਆਲਮੋਸਟ ਕਰੀਬ 60-70 ਕਮੈਂਟਸ ਆ ਚੁੱਕੇ ਆ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by Primelink Express, Gurmeet Mali, Union Truck Stop, Bakersfield, Sukhi Kuman. ਸੁਹਾਗ ਜੁਐਲਰਸ ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 Oak Tree Road, Eastland, New Jersey।
ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500, 661 885 8858। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। This program is sponsored by PrimeLink Express, Gurmeet Mali, Union Truck Stop, Bakersfield, Sukhi Kuman। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਜੋ ਸੁਖਦੇਵ ਸਿੰਘ ਢੀਂਡਸਾ ਨੇ ਬਣਾਇਆ ਵਾ। ਕੀ ਇਹ ਬਾਦਲ ਅਕਾਲੀ ਦਲ ਨੂੰ ਮਾਤ ਦੇ ਸਕੇਗਾ? ਕੀ ਇਹ ਇੱਕ ਮੁੱਖ ਅਕਾਲੀ ਦਲ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆ ਸਕੂਗਾ? ਇਹਦੇ ਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਬ੍ਰੇਕ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਜਿਹੜਾ 13 ਪੁਆਇੰਟ ਦਾ ਸੰਕਲਪ ਪੱਤਰ ਰਿਲੀਜ਼ ਕੀਤਾ ਵਾ, ਉਹ ਤੁਹਾਡੇ ਨਾਲ ਮੈਂ ਸਾਂਝੇ ਕਰੂੰਗਾ। ਸਾਰੇ 13 ਪੁਆਇੰਟ ਤੇ ਮੈਂ ਸ਼ਾਇਦ ਟਾਈਮ ਇਹਨਾਂ ਨਹੀਂ ਹੋਣਾ ਮੈਂ ਦੱਸ ਸਕਾਂ, ਲੇਕਿਨ ਇਹਦੇ ਜਿਹੜੇ ਮੁੱਖ ਪੁਆਇੰਟ ਨੇ ਉਹਨਾਂ ਤੇ ਮੈਂ ਨਿਗਾਹ ਜ਼ਰੂਰ ਮਾਰੂੰਗਾ, ਤੁਹਾਡੇ ਨਾਲ ਸਾਂਝੇ ਕਰਦਾ ਵਾਂ। ਸਭ ਤੋਂ ਪਹਿਲਾ ਪੁਆਇੰਟ ਆ ਕਿ ਇਹ ਜਿਹੜੇ ਨਵਾਂ ਅਕਾਲੀ ਦਲ ਬਣਿਆ ਵਾ, ਜਿਹਦੀ ਸੁਖਦੇਵ ਸਿੰਘ ਢੀਂਡਸਾ ਅਗਵਾਈ ਕਰ ਰਹੇ ਆ, ਇਹ ਸਰਬਪੱਖੀ ਪੰਜਾਬ ਤੇ ਪੰਜਾਬੀਅਤ ਦਾ ਵਿਕਾਸ ਵਾਸਤੇ ਸੰਕਲਪ ਕਰਨਗੇ। ਆਲ ਰਾਊਂਡ ਡਿਵੈਲਪਮੈਂਟ ਆਫ ਪੰਜਾਬ ਤੇ ਪੰਜਾਬੀਅਤ। ਦੂਜਾ ਇਹਦਾ ਪੁਆਇੰਟ ਆ ਕਿ ਸਿੱਖ ਸਿਆਸਤ ਦੀ ਆਨ ਤੇ ਸ਼ਾਨ ਨੂੰ ਮੁੜ ਤੋਂ ਬਹਾਲ ਕਰਵਾਇਆ ਜਾਏਗਾ। ਇਹ ਅਕਾਲੀ ਦਲ ਢੀਂਡਸੇ ਦੀ ਕੋਸ਼ਿਸ਼ ਹੋਵੇਗੀ। ਤੀਸਰਾ ਪੁਆਇੰਟ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀ ਨਿਗਾਰ ਆ ਚੁੱਕੀ ਆ, ਉਹਨੂੰ ਦੂਰ ਕੀਤਾ ਜਾਊਗਾ। ਜਿਹੜੀ ਉਹਦੇ ਵਿੱਚ ਜਿਹੜੀਆਂ ਮਾੜੀਆਂ ਗੱਲਾਂ ਆ ਚੁੱਕੀਆਂ ਵਾ, ਉਹਨਾਂ ਨੂੰ ਦੂਰ ਕੀਤਾ ਜਾਊਗਾ। ਤੇ ਦੇਸ਼ ਦੇ ਵਿੱਚ ਸੰਘੀ ਢਾਂਚਾ, ਇੱਕ ਚੰਗਾ ਡੈਮੋਕ੍ਰੈਟਿਕ ਸੈਕੂਲਰ ਡੈਮੋਕ੍ਰੈਟਿਕ ਫਰੰਟ ਜਿਹੜਾ ਵਾ, ਉਹਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਸੋ ਥੋੜੀ ਜਿਹੀ ਕੰਟਰਡਿਕਸ਼ਨ ਵੀ ਹੈ। ਆਪਣੇ ਆਪ ਨੂੰ ਪੰਥਕ ਪਾਰਟੀ ਵੀ ਕਹਿੰਦੇ ਆ ਔਰ ਨਾਲ ਆਪਣੇ ਆਪ ਨੂੰ ਸੈਕੂਲਰ ਧਰਮ ਨਿਰਪੱਖ ਪਾਰਟੀ ਵੀ ਉਹਨਾਂ ਨੇ ਕਿਹਾ ਵਾ। ਇਹ ਜਿਹੜੀ ਦੋਵੇਂ ਗੱਲਾਂ ਜਿਹੜੀਆਂ ਵਾ, ਇਹ ਅਕਾਲੀ ਦਲ ਵੀ ਕਰਦਾ ਵਾ
ਔਰ ਕਿੱਥੋਂ ਤੱਕ ਇਹ ਇਹਨਾਂ 'ਤੇ ਖਰੇ ਉਤਰਦਾ ਵਾ, ਇਹਦੇ 'ਤੇ ਤੁਸੀਂ ਆਪ ਹੀ ਵਿਚਾਰ ਕਰ ਸਕਦੇ ਜੀ। ਕਾਫੀ ਸੱਜਣ ਸਾਡੇ ਨਾਲ ਫੇਸਬੁੱਕ ਦੇ ਉੱਪਰ ਵੀ ਜੁੜ ਗਏ ਨੇ। ਆਲਮੋਸਟ ਕਰੀਬ 80-90 ਕਮੈਂਟ ਸਾਡੇ ਕੋਲ ਆਏ ਹੋਏ ਆ। ਮਿੰਟੂ ਰਾਏ ਕਹਿ ਰਹੇ ਨੇ ਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਪੱਕੀਆਂ ਵੋਟਾਂ ਵਾ, ਸ਼ਾਇਦ ਉਹ ਕਹਿਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਇੱਕ ਹੋਰ ਅਕਾਲੀ ਦਲ ਬਣਨ ਨਾਲ ਕੋਈ ਬਹੁਤਾ ਫਰਕ ਨਹੀਂ ਪਊਗਾ। ਪਲਵਿੰਦਰ ਢਿੱਲੋਂ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜ ਗਏ ਨੇ। ਇਕਜੋਤ ਟੱਕਰ ਕਹਿ ਰਹੇ ਨੇ ਕਿ ਜੋ ਕਾਂਗਰਸ ਦੇ ਵਿੱਚ ਹੋ ਰਿਹਾ ਸੀ, ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੱਧੂ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ, ਉਹੀ ਕੰਮ ਹੁਣ ਅਕਾਲੀ ਦਲ ਸ਼ੁਰੂ ਹੋ ਜਾਣਾ ਵਾ, ਢੀਂਡਸਾ ਵਰਸਸ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ। ਮੀਨਵਾਈਲ ਨਿੰਮੂ ਰਿਆੜ, ਰਣਵਿਜੇ ਸਿੰਘ ਚੌਹਾਨ, ਕੁਲਵਿੰਦਰ ਕੌਰ, ਐਡਵੋਕੇਟ ਜਿਮੀ ਭੁੱਲਰ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਮੈਂ ਫਿਰ ਦੱਸ ਦੇਵਾਂ ਕਿ ਅਸੀਂ ਗੱਲ ਕਰ ਰਹੇ ਹਾਂ ਨਵੇਂ ਅਕਾਲੀ ਦਲ, ਜਿਹੜਾ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਨੇ ਬਣਾਇਆ ਵਾ, ਕਿ ਇਹ ਕੀ ਮੁੱਖ ਅਕਾਲੀ ਦਲ ਵਜੋਂ ਉੱਭਰ ਕੇ ਆ ਸਕਦਾ ਵਾ, ਇਹਦੇ ਤੇ ਵਿਚਾਰ ਚਰਚਾ ਅਸੀਂ ਕਰ ਰਹੇ ਹਾਂ। ਮੈਂ ਫਿਰ ਦੱਸ ਦੇਵਾਂ ਕਿ ਹੁਣ ਤੱਕ ਜਿੰਨੀਆਂ ਕੋਸ਼ਿਸ਼ਾਂ ਹੋਈਆਂ ਵਾ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰਨ ਦੀਆਂ, ਪ੍ਰਕਾਸ਼ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਦੀਆਂ, ਉਹ ਹੁਣ ਤੱਕ ਕਾਮਯਾਬ ਨਹੀਂ ਹੋਈਆਂ। ਮੁੱਖ ਤੌਰ ਤੇ ਮੈਂ ਪੱਤਰਕਾਰੀ ਦੇ ਵਿੱਚ ਕਰੀਬ 40 ਸਾਲ ਤੋਂ ਰਿਹਾ ਵਾਂ, ਮੈਂ 3 ਕੋਸ਼ਿਸ਼ਾਂ ਦੇ ਆਪਣੇ ਸਾਹਮਣੇ ਹੁੰਦੀਆਂ ਵੇਖੀਆਂ ਵਾ। ਸਭ ਤੋਂ ਪਹਿਲਾਂ ਮੈਨੂੰ ਯਾਦ ਆ 1980 ਦੇ ਵਿੱਚ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸਨ। ਉਹਨਾਂ ਨੇ SAD ਤਲਵੰਡੀ ਬਣਾਇਆ ਸੀ, ਲੇਕਿਨ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ, ਔਰ ਫਿਰ 99 ਦੇ ਵਿੱਚ ਵਾਪਸ ਅਕਾਲੀ ਦਲ ਦੇ ਵਿੱਚ ਬਾਦਲ ਦੇ ਨਾਲ ਆ ਗਏ, ਤੇ ਫਿਰ ਉਹਨਾਂ ਨੂੰ SGPC ਦਾ, ਉਹਨਾਂ ਨੂੰ ਪ੍ਰਧਾਨ ਵੀ ਬਣਾਇਆ ਗਿਆ ਅਕਾਲੀ ਦਲ ਦਾ, ਔਰ ਫਿਰ SGPC ਦਾ ਪ੍ਰਧਾਨ ਵੀ 2001 ਦੇ ਵਿੱਚ ਬਣਾਇਆ ਗਿਆ। ਉਸ ਤੋਂ ਬਾਅਦ ਅਗਲੀ ਕੋਸ਼ਿਸ਼ ਹੋਈ ਗੁਰਚਰਨ ਸਿੰਘ ਟੌਹੜਾ ਦੀ। ਬਹੁਤ ਨਾਮਵਰ ਲੀਡਰ ਸਨ, ਬੜੇ ਉੱਚੇ ਕੱਦ ਦੇ ਲੀਡਰਸ ਰਹੇ ਆ। ਆਲਮੋਸਟ 27-28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵੀ ਉਹਨਾਂ ਕੀਤੀ ਆ। ਉਹਨਾਂ ਨੇ ਸਰਵ ਹਿੰਦ ਅਕਾਲੀ ਦਲ ਬਣਾਇਆ ਸੀ 1999 ਦੇ ਵਿੱਚ। ਉਹਨਾਂ ਨੂੰ SGPC ਦੇ ਪ੍ਰਧਾਨ ਤੋਂ ਹਟਾਤਾ ਗਿਆ, ਲੇਕਿਨ ਇਸ ਅਕਾਲੀ ਦਲ ਨੂੰ ਬਹੁਤੀ ਕਾਮਯਾਬੀ 2002 ਦੀਆਂ ਚੋਣਾਂ 'ਚ ਨਹੀਂ ਮਿਲੀ, ਔਰ ਅਖੀਰ ਫਿਰ 2003 ਦੇ ਵਿੱਚ ਉਹਨਾਂ ਦਾ ਪੈਚਅਪ ਹੋ ਗਿਆ, ਵਾਪਸ ਅਕਾਲੀ ਦਲ ਦੇ ਨਾਲ ਆ ਗਏ, ਦੁਬਾਰਾ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬਣਾਤਾ ਗਿਆ। ਤੀਜੀ ਕੋਸ਼ਿਸ਼ ਹੋਈ 1984 ਦੇ ਵਿੱਚ, 85 ਦੇ ਵਿੱਚ। 1984 'ਚ ਆਪਰੇਸ਼ਨ ਬਲੂ ਸਟਾਰ ਹੋਇਆ। 1985 'ਚ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ, ਇਹਨਾਂ ਸਾਰਿਆਂ ਨੇ ਰਾਜੀਵ ਲੌਂਗੋਵਾਲ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਲ ਇੱਕ ਸਮਝੌਤਾ ਕੀਤਾ, ਔਰ ਉਹਦੇ ਤਹਿਤ ਚੋਣਾਂ ਹੋਈਆਂ। ਉਹਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ। ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਾਸੇ ਰੱਖਿਆ ਗਿਆ ਇਸ ਅਕੋਰਡ ਤੋਂ, ਔਰ ਉਸ ਤੋਂ ਬਾਅਦ ਸਰਕਾਰ ਤੋਂ ਵੀ। ਲੇਕਿਨ ਉਹ ਵੀ 2 ਸਾਲਾਂ ਦੇ ਵਿੱਚ ਸਰਕਾਰ ਡਿੱਗ ਪਈ, ਔਰ ਕੋਈ ਬਹੁਤੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਹਾਂ, ਉਹ ਬਾਅਦ ਦੇ ਵਿੱਚ ਗਵਰਨਰ ਜ਼ਰੂਰ ਤਾਮਿਲਨਾਡੂ ਦੇ ਰਹੇ, 1-2 ਹੋਰ ਵੀ ਸਟੇਟਾਂ ਦੇ ਗਵਰਨਰ ਉਹਨਾਂ ਨੂੰ ਬਣਾਇਆ ਗਿਆ, ਲੇਕਿਨ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਬਹੁਤੀ ਕਾਮਯਾਬੀ ਨਹੀਂ ਮਿਲੀ। ਔਰ ਮੁੱਖ ਤੌਰ ਤੇ ਦੁਬਾਰਾ ਪੰਜਾਬ ਦੀ ਸਿਆਸਤ ਦੇ ਵਿੱਚ ਬਾਉਂਸ ਬੈਕ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ 1997 ਚੋਣਾਂ ਦੇ ਵਿੱਚ। ਚੋਣਾਂ ਲੜੀਆਂ, ਜਿੱਤੇ, ਸਰਕਾਰ ਬਣਾਈ, ਔਰ ਉਹਨਾਂ ਨੇ ਫਿਰ 2007 ਦੇ ਵਿੱਚ ਦੁਬਾਰਾ ਸਰਕਾਰ ਬਣਾਈ, ਔਰ 2012 ਦੇ ਵਿੱਚ ਫਿਰ ਸਰਕਾਰ ਬਣਾਈ। 5 ਵਾਰੀ ਮੁੱਖ ਮੰਤਰੀ ਉਹ ਰਹਿ ਚੁੱਕੇ ਨੇ। ਸੋ ਹੁਣ ਤੱਕ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ। ਮੇਰਾ ਆਪਣਾ ਮੰਨਣਾ ਵਾ, ਕਿਉਂਕਿ ਮੈਨੂੰ ਰਾਜਾ ਸਨਮਾਨਵੀਰ ਨੇ ਪੁੱਛਿਆ ਵਾ, ਮੇਰਾ ਆਪਣਾ ਮੰਨਣਾ ਵਾ, ਵੈਸੇ ਤਾਂ ਸਿਆਸਤ ਦੇ ਵਿੱਚ ਕੋਈ ਚੀਜ਼ ਵੀ ਹੋ ਸਕਦੀ ਹੈ, ਪਰ ਜੋ ਮੇਰਾ ਹੁਣ ਤੱਕ ਦਾ ਤਜਰਬਾ ਵਾ, ਕੋਈ ਬਹੁਤਾ ਅਸਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਬਾਦਲ ਤੇ ਨਹੀਂ ਪਾ ਸਕਣਗੇ। ਔਰ ਉਹਦਾ ਮੁੱਖ ਕਾਰਨ ਇਹ ਆ ਵੀ ਤੁਸੀਂ ਇੰਨੇ ਸਾਲ ਤੇ ਉਹਨਾਂ ਦੇ ਨਾਲ ਰਹੇ, ਉਹਨਾਂ ਦੇ ਭਾਗੀਦਾਰ ਰਹੇ ਉਹਨਾਂ ਦੇ ਸਾਰੇ ਕੰਮਾਂ ਦੇ ਵਿੱਚ, ਔਰ ਜਦੋਂ ਸੱਤਾ ਦੇ ਵਿੱਚੋਂ ਨਹੀਂ ਰਹੇ, ਉਦੋਂ ਤੋਂ ਬਾਅਦ ਤੁਸੀਂ ਬਾਗੀ ਸੁਰ ਜਿਹੜੇ ਆ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਇਹ ਉਹੀ ਗੱਲ ਹੋਈ, ਹਾਲਾਂਕਿ ਉਸ ਵੇਲੇ ਮਨਪ੍ਰੀਤ ਬਾਦਲ ਨੇ ਸਰਕਾਰ ਦੇ ਵਿੱਚੋਂ ਅਸਤੀਫਾ ਦਿੱਤਾ ਸੀ, ਲੇਕਿਨ ਕਿਉਂਕਿ ਉਹ ਵੀ ਭਾਗੀਦਾਰ ਰਹੇ ਸੀ ਸਰਕਾਰ ਦੇ ਅਕਾਲੀ ਦਲ ਦੇ ਬਹੁਤ ਕੰਮਾਂ ਦੇ ਵਿੱਚ, ਉਹਨਾਂ ਨੂੰ ਵੀ PPP ਉਹਨਾਂ ਦੀ ਪਾਰਟੀ ਨੂੰ ਬਹੁਤੀ ਕਾਮਯਾਬੀ ਨਹੀਂ ਸੀ ਮਿਲੀ। ਸੋ ਇਸ ਕਰਕੇ ਢੀਂਡਸਾ ਪਰਿਵਾਰ ਨੂੰ, ਸੁਖਦੇਵ ਸਿੰਘ ਢੀਂਡਸਾ ਨੂੰ, ਪਰਮਿੰਦਰ ਢੀਂਡਸਾ ਨੂੰ ਬਹੁਤੀ ਕਾਮਯਾਬੀ ਮਿਲਣ ਦੇ ਅਸਾਰ ਇਸ ਵੇਲੇ ਨਜ਼ਰ ਨਹੀਂ ਆ ਰਹੇ, ਕਿਉਂਕਿ ਉਹ ਇਹਨਾਂ ਦੇ ਭਾਗੀਦਾਰ ਰਹੇ ਆ, ਬੈਨੀਫਿਟ ਲੈਂਦੇ ਰਹੇ ਆ। ਪਰਮਿੰਦਰ ਢੀਂਡਸਾ ਵਿੱਤ ਮੰਤਰੀ ਰਹੇ ਆ, ਕਰੀਬ ਪਿਛਲੇ ਸੈਸ਼ਨ ਤੱਕ ਉਹ ਸਰਕਾਰ ਨੂੰ, ਅਕਾਲੀ ਦਲ ਦੀ ਪਾਲਿਸੀ ਨੂੰ ਡਿਫੈਂਡ ਵੀ ਕਰਦੇ ਰਹੇ ਆ, ਔਰ ਹੁਣ ਸਡਨਲੀ ਉਹਨਾਂ ਨੇ ਅਬਾਊਟ ਟਰਨ ਲੈ ਲਿਆ। ਸੋ ਇਸ ਕਰਕੇ ਮੇਰਾ ਨਹੀਂ ਖਿਆਲ ਕਿ ਬਹੁਤੀ ਉਹਨਾਂ ਨੂੰ ਲੋਕਾਂ ਵੱਲੋਂ ਬਹੁਤਾ ਹੁੰਗਾਰਾ ਮਿਲੇਗਾ।
ਆਰ ਐਸ ਸੰਧੂ ਕਹਿ ਰਹੇ ਨੇ ਕਿ ਉਹ ਜਿਹੜਾ ਪੰਜਾਬ ਦੇ ਵਿੱਚ ਕਨਫਿਊਜ਼ਨ ਹੈ ਇਹਨੂੰ ਉਹ ਫੋਲੋ ਕਰ ਰਹੇ ਨੇ ਔਰ ਉਹਨਾਂ ਨੂੰ ਲੱਗਦਾ ਵਾ ਕਿ 2022 ਦੇ ਵਿੱਚ ਬਾਦਲ ਦੁਬਾਰਾ ਉਹ ਕਮਬੈਕ ਕਰ ਸਕਦੇ ਆ ਔਰ ਉਹ ਦੁਬਾਰਾ ਜਿੱਤ ਸਕਦੇ ਆ। ਰਾਣਾ ਪਰਮਜੋਤ ਕਹਿ ਰਹੇ ਨੇ ਕਿ ਉਹਨਾਂ ਨੇ ਸਾਰੀ ਗੱਲ ਦੇ ਵਿੱਚੋਂ ਸਿੱਟਾ ਉਹਨਾਂ ਨੇ ਇਹ ਕੱਢਿਆ ਵਾ ਕਿ ਪੰਜਾਬੀਜ਼ ਨੇ ਇੱਕ ਚੰਗੀ ਲੀਡਰਸ਼ਿਪ ਜਿਹੜਾ ਵਿਜ਼ਨ ਆ ਉਹ ਲਿਆਉਣ ਦੇ ਵਿੱਚ ਉਹ ਨਾਕਾਮਯਾਬ ਰਹੇ ਆ ਔਰ ਇਸੇ ਕਰਕੇ ਉਹਨਾਂ ਨੇ ਸਫਰ ਵੀ ਕੀਤਾ ਵਾ। ਬਹੁਤ ਸਾਰੇ ਹੋਰ ਵੀ ਕਮੈਂਟਸ ਸਾਡੇ ਫੇਸਬੁੱਕ ਦੇ ਉੱਪਰ ਆਏ ਆ, ਉਹ ਵੀ ਆਪਾਂ ਲਗਾਤਾਰ ਸਾਂਝੇ ਕਰਦੇ ਰਹਾਂਗੇ। ਮੀਨਵਾਈਲ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਦੇਖਦੇ ਨੇ ਉਹਨਾਂ ਦਾ ਕੀ ਵਿਚਾਰ ਹੈ। ਹੈਲੋ ਹਾਂਜੀ ਸੰਧੂ ਸਾਹਿਬ, ਮੈਂ ਇੱਕ ਗੱਲ ਕਰਨੀ ਰਹਿ ਗਈ ਸੀ। ਹਾਂਜੀ ਸੋਰੀ ਸਾਹਿਬ। ਮੈਂ ਕਿਹਾ ਇੱਕ ਗੱਲ ਅੱਗੇ ਕਰਨੀ ਰਹਿ ਗਈ ਸੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਵੀ 1997 ਦੇ ਵਿੱਚ ਜਦੋਂ ਇਹ ਬਾਦਲ ਸਾਹਿਬ ਬਣੇ ਨਾ ਤੀਜੀ ਵਾਰੀ ਮੁੱਖ ਮੰਤਰੀ, ਜੇ ਤੁਹਾਨੂੰ ਯਾਦ ਹੋਵੇ ਇਹਨਾਂ ਨੇ ਬਲਵਿੰਦਰ ਸਿੰਘ ਭੁੰਦੜ ਤੇ ਇਹਨੂੰ ਸੁਖਦੇਵ ਸਿੰਘ ਢੀਂਡਸਾ ਨੂੰ ਇਹਨਾਂ ਟਿਕਟ ਹੀ ਨਹੀਂ ਦਿੱਤੀ। ਠੀਕ ਹੈ ਗੱਲ। ਹਾਂਜੀ, ਇਹ ਤੁਸੀਂ ਕੱਢ ਕੇ ਵੇਖ ਲਓ, ਬੇਸ਼ੱਕ ਹੁਣ ਤਾਂ ਬੇਸ਼ੱਕ ਬਜ਼ੁਰਗ ਹੋ ਗਏ ਦੋਵੇਂ, ਪਰ ਅੱਜ ਤੋਂ ਉਹ 23-24 ਸਾਲ ਪਹਿਲਾਂ ਦੀ ਗੱਲ ਆ, ਉਦੋਂ ਇੰਨੇ ਬਜ਼ੁਰਗ ਨਹੀਂ ਸੀ ਤੇ ਅਜੇ ਇਹ ਸਰਗਰਮ ਰਾਜਨੀਤੀ ਦੇ ਵਿੱਚ ਸੀ ਤੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਬਾਦਲ ਸਾਹਿਬ ਨੇ, ਪਤਾ ਨਹੀਂ ਕਿਸ ਗੱਲੋਂ। ਤੇ ਬਾਅਦ ਦੇ ਵਿੱਚ ਇਹਨਾਂ ਨੂੰ ਫੇਰ ਇੱਕ ਅੱਧੇ ਸਾਲ ਦੇ ਵਿੱਚ ਹੀ ਰਾਜ ਸਭਾ ਦਾ ਮੈਂਬਰ ਬਣਾ ਕੇ ਫਿਰ ਦਿੱਲੀ ਨੂੰ ਤੋੜ ਦਿੱਤਾ ਸੀ। ਇਹ ਮਤਲਬ ਇਹਨਾਂ ਦੀ ਖਟਪਟ ਉਦੋਂ ਦੀ ਚੱਲਦੀ ਆ, ਪਰ ਉਹ ਗੱਲ ਇਹ ਆ ਵੀ ਜਦੋਂ ਗੰਨੇ ਦੀਆਂ ਗਨੇਰੀਆਂ ਮਿੱਠੀਆਂ ਹੋਣ ਤੇ ਸਾਰੇ ਝੂਕਦੇ ਰਹਿੰਦੇ ਆ, ਫੇਰ ਨਹੀਂ ਫਰਕ ਪੈਂਦਾ। ਦੂਜੀ ਗੱਲ ਇਹਦੇ ਵਿੱਚ ਇਹ ਆ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਅਕਾਲੀ ਦਲ ਬਣਦੇ ਆ ਨਾ, ਮੇਰੇ ਹਿਸਾਬ ਨਾਲ ਤੇ ਇਹ ਕਿਸੇ ਸਾਜ਼ਿਸ਼ ਦੇ ਤਹਿਤ ਬਣਦੇ ਆ ਵੀ ਜਿਹੜੀ ਐਂਟੀ ਇਨਕੰਬੈਂਸੀ ਵੋਟ ਆ ਇੱਧਰ ਉੱਧਰ ਨਾ ਖਿਲਰੇ ਉਹਦੇ ਵਾਸਤੇ। ਇਹ ਮਤਲਬ ਜਿੰਨੇ ਵੀ ਨਾ ਅਕਾਲੀ ਦਲ ਬਣਾਏ ਆ ਸਾਰੇ ਬੰਦੇ ਇਹ ਕਿਉਂ ਭੁੱਲ ਜਾਂਦੇ ਆ ਵੀ ਪੰਜਾਬ ਦੇ ਵਿੱਚ 48, 52 ਜਾਂ 49, 51 ਦਾ ਹਿੰਦੂ ਤੇ ਸਿੱਖ ਵੋਟਰ ਦਾ ਆਪਸ ਦੇ ਵਿੱਚ ਫਰਕ ਆ। ਜੇ ਜਿਹੜੀ ਪਾਰਟੀ ਬਣਦੀ ਸਿੱਖਾਂ ਦੀ ਬਣਦੀ, ਜਿਹੜੀ ਪਾਰਟੀ ਸਿੱਖਾਂ ਦੀ ਬਣਦੀ, ਉਹ ਹਿੰਦੂ ਵੋਟ ਦੀ ਕੀਮਤ ਨਹੀਂ ਹੈਗੀ। ਮਤਲਬ ਉਹਨੂੰ ਇਹ ਸਮਝਦੇ ਨਹੀਂ ਵੀ ਉਹਨੇ ਜਿੱਦ ਬਟਨ ਦੱਬਿਆ ਉਹ ਵੀ ਵਿਨ ਜਾਂ ਲੂਜ਼ ਕਰੇਗਾ। ਜਿਹੜੀ ਵੀ ਤੀਜੀ ਪਾਰਟੀ ਬਣਨੀ ਆ, ਚਾਹੇ ਉਹ ਸਿੱਧੂ ਬਣਾਵੇ, ਚਾਹੇ ਖਹਿਰਾ ਸਾਹਿਬ, ਚਾਹੇ ਕੋਈ ABCD, ਉਹਨੂੰ ਹਿੰਦੂ ਵੋਟਰ ਨੂੰ ਬਰਾਬਰ ਦਾ ਮਾਣ ਸਨਮਾਨ ਪੰਜਾਬ ਦੇ ਵਿੱਚ ਦੇਵੇਗਾ ਤੇ ਉਹ ਕਾਮਯਾਬ ਹੋਏਗਾ। ਜੇ ਤੁਸੀਂ ਹਿੰਦੂ ਵੋਟਰ ਨੂੰ ਇਗਨੋਰ ਕਰਕੇ ਭਾਵੇਂ 70 ਅਕਾਲੀ ਦਲ ਬਣਾ ਲਓ, ਇਹ ਅਕਾਲੀ ਦਲ ਦੇ ਪੱਲੇ ਕੱਖ ਨਹੀਂ ਪੈਣਾ। ਹੁਣ ਬਾਦਲ ਸਾਹਿਬ ਵੀ ਜੇ ਬਣੇ ਆ ਨਾ ਤੇ ਇਹਨਾਂ ਨੇ ਭਾਜਪਾ ਦੀ ਪੂਰੀ ਤਰ੍ਹਾਂ ਜਿੱਦਾਂ ਫਰਮਾਬਰਦਾਰੀ ਲਫ਼ਜ਼ ਆ, ਫਰਮਾਬਰਦਾਰੀ ਕਰਕੇ ਅੱਛਾ ਜੀ ਓਕੇ ਜੀ ਜਿਵੇਂ ਤੁਹਾਡਾ ਹੁਕਮ ਹੈ ਜੀ, ਇਹਨਾਂ ਨੇ ਕਰ ਕਰਕੇ ਹਿੰਦੂ ਵੋਟਰ ਨਾਲ ਲਾਈ ਰੱਖਿਆ। ਜੇ ਬਾਹਰਲੇ ਅਕਾਲੀ ਦਲ ਜਿਹੜੇ ਆ ਇਹ ਹਿੰਦੂ ਵੋਟ ਬਾਰੇ ਕੋਈ ਡਿਸੀਜਨ ਨਹੀਂ ਲੈਂਦੇ ਤੇ ਉਹ ਬਿਲਕੁਲ ਹਾਰਨਗੇ, ਚਾਹੇ ਉਹ ਢੀਂਡਸਾ ਹੋਵੇ ਤੇ ਚਾਹੇ ਟਕਸਾਲੀ ਤੇ ਚਾਹੇ ਕੋਈ। ਸੋਰੀ ਸਾਹਿਬ, ਮੈਂ ਥੋੜੇ ਜਿਹੇ ਤੁਹਾਡੇ ਆંકੜੇ ਕਰੈਕਟ ਕਰਨੇ ਚਾਹੁੰਦਾ ਵਾਂ। ਚਲੋ ਬਾਕੀ ਤੇ ਤੁਹਾਡੇ ਆਪਣੇ ਵਿਚਾਰ ਨੇ। ਪੰਜਾਬ ਦੇ ਵਿੱਚ 52-48 ਦੀ ਪਰਸੈਂਟੇਜ ਨਹੀਂ ਹੈਗੀ ਕਿ ਸਿੱਖ 52% ਹੈ ਤੇ ਨਾਨ ਸਿੱਖ ਜਾਂ ਗੈਰ ਸਿੱਖ ਜਾਂ ਹਿੰਦੂ 48% ਹੈ। ਇਹ ਆਲਮੋਸਟ 58-42% ਹੈ। ਮੈਂ ਕਹਿੰਦਾ ਜੀ ਭਾਵੇਂ 60-40 ਵੀ ਹੋ ਜਵੇ, ਲੇਕਿਨ ਉਹ ਆਪਾਂ ਹਿੰਦੂ ਨੂੰ। ਪਰ ਇਹ ਗੱਲ ਠੀਕ ਆ ਕਿ ਹਿੰਦੂ ਵੋਟ ਬਹੁਤ ਮਾਇਨਾ ਰੱਖਦੀ ਆ ਔਰ ਆਲਮੋਸਟ 35 ਤੋਂ 38 ਸੀਟਾਂ ਇਹੋ ਜਿਹੀਆਂ ਹਨ ਜਿੱਥੇ ਹਿੰਦੂ ਵੋਟ ਜਿਹੜੀ ਆ ਉਹ ਡਿਸਾਈਡਿੰਗ ਫੈਕਟਰ ਹੁੰਦਾ ਵਾ। ਹਾਂ, ਤੇ ਜੇ ਅਸੀਂ ਹਿੰਦੂ ਨੂੰ ਨਾਲ ਹੀ ਨਹੀਂ ਲਿਆ ਤੇ ਅਸੀਂ ਉਹ ਦਲ ਬਣਾ ਕੇ ਕੀ ਕਰਨਾ? ਬਿਲਕੁਲ ਜੀ। ਪੰਜਾਬ ਦੇ ਵਿੱਚ ਪੰਜਾਬ ਜਿਹੜਾ ਵਾ ਇਹ ਪੰਜਾਬੀਆਂ ਦਾ ਰਾਜ ਆ, ਪੰਜਾਬੀਆਂ ਸਾਰਿਆਂ ਨੂੰ ਸਾਨੂੰ ਨਾਲ ਲੈ ਕੇ ਤੁਰਨਾ ਪਊਗਾ। ਇਸੇ ਕਰਕੇ ਔਰ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਬਹੁਤ ਕਾਮਯਾਬ ਸਾਬਤ ਹੋਏ ਆ ਔਰ ਇੱਕ ਨਵੀਂ ਚੁਣੌਤੀ ਉਹਨਾਂ ਦੇ ਸਾਹਮਣੇ, ਕਿਉਂਕਿ BJP ਹੁਣ ਜ਼ਿਆਦਾ ਸੀਟਾਂ ਮੰਗ ਰਹੀ ਆ। ਦੇਖਦੇ ਆ ਉਸ ਚੁਣੌਤੀ ਨਾਲ ਕਿਵੇਂ ਮੁਕਾਬਲਾ ਕਰਦੇ ਹੋ। ਇੱਕ ਮੈਂ ਤੁਹਾਨੂੰ ਜਿਹੜੀ ਤੁਸੀਂ ਗੱਲ ਕਹਿੰਦੇ ਜੇ ਨਾ ਵੀ ਬਾਦਲ ਸਾਹਿਬ ਉਹਨੂੰ ਹਿੰਦੂ ਵੋਟ ਨੂੰ ਨਾਲ ਲੈ ਕੇ ਰਹੇ ਆ, ਬਿਲਕੁਲ ਇਹ ਨਾਲ ਇਹਨਾਂ ਨੇ ਕੋਈ ਨਹੀਂ ਲਿਆ। ਇਹ ਤੇ ਉਹ ਡਰਦੀ ਨੇ ਅੱਖ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ। 1966-67 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਨੀ ਸੀ ਨਾ, ਉਦੋਂ ਜਿਹੜੇ ਜਗਦੱਤ ਸ਼ਰਮਾ ਹੋਣੀ ਤੇ ਆ ਜਲੰਧਰ ਦਾ ਜਗਤ ਨਾਰਾਇਣ ਤੇ ਹੋਰ ਜਿੰਨੇ ਵੀ ਇਹ ਜਨਸੰਘੀ ਗਰੁੱਪ ਸੀ, ਇਹ ਉਸ ਯੂਨੀਵਰਸਿਟੀ ਦਾ ਵਿਰੋਧ ਕਰਦੇ ਸੀ।
ਤੇ 1968 ਵਾਲੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਇਹ ਬਾਦਲ ਸਾਹਿਬ ਨੇ ਫਿਰ ਉਹਨਾਂ ਨੂੰ ਵਿਰੋਧ ਕਰਨ ਦੇ ਬਾਵਜੂਦ ਇੱਕ ਦੂਜੇ ਦੇ ਤੂੰ ਮੈਂ ਕਰਕੇ ਜਲਸੇ ਜਲੂਸ ਕੱਢ ਕੇ ਫਿਰ ਵੀ ਇਹਨਾਂ ਨੂੰ ਪਤਾ ਸੀ ਵੀ ਇਹਨਾਂ ਬਗੈਰ ਸਾਡੀ ਦਾਲ ਨਹੀਂ ਗਲਣੀ ਤੇ ਤਾਂ ਕਰਕੇ ਲਿਆ ਸੀ। ਹਾਲਾਂਕਿ ਇੱਥੋਂ ਤੱਕ ਵੀ ਲੋਕ ਗੱਲਾਂ ਕਰਦੇ ਸੀ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਗੁਰੂ ਨਾਨਕ ਯੂਨੀਵਰਸਿਟੀ ਸੀ, ਦੇਵ ਹੈ ਨਹੀਂ ਸੀ, ਦੇਵ ਉਹਨਾਂ ਨੇ ਵਿੱਚ ਪਵਾਇਆ ਸੀ। ਇਹ ਪਤਾ ਨਹੀਂ ਹੁਣ ਉਹਨਾਂ ਨੂੰ ਪਤਾ ਹੋਏਗਾ ਕੀ ਵਜ੍ਹਾ ਸੀ। ਤੇ ਇਹਨਾਂ ਦਾ ਇੱਟ ਖੜਕਾ ਪਹਿਲਾਂ ਵੀ ਚੱਲਦਾ ਸੀ, ਲੇਕਿਨ ਬਾਦਲ ਸਾਹਿਬ ਨੇ ਵੇਲੇ ਨਾਲ ਸਮਝ ਲਿਆ ਵੀ ਇਹਨਾਂ ਤੋਂ ਬਗੈਰ ਮੇਰੀ ਗੱਡੀ ਨਹੀਂ ਚੱਲਣੀ। ਮਿਹਰਬਾਨੀ ਸੋਢੀ ਸਾਹਿਬ, ਮਿਹਰਬਾਨੀ। ਇਨਫੈਕਟ ਅੱਜ ਦੇ ਸ਼ੋਅ ਦੇ ਵਿੱਚ ਬਹੁਤ ਜ਼ਿਆਦਾ ਕਮੈਂਟਸ ਸਾਡੇ ਫੇਸਬੁੱਕਸ ਦੇ ਉੱਤੇ ਆਏ ਆ, ਬਾਜ਼ ਟੀਵੀ ਔਰ ਗਰਬ ਪੰਜਾਬ ਤੇ ਆਲਮੋਸਟ 100 ਕਮੈਂਟਸ ਆ ਦੋਵਾਂ ਦੇ ਉੱਪਰ। ਮੈਂ ਬਹੁਤ ਸਾਰੇ ਕਮੈਂਟ ਤੁਹਾਡੇ ਨਾਲ ਸਾਂਝੇ ਵੀ ਨਹੀਂ ਕਰ ਸਕਿਆ ਕਿਉਂਕਿ ਇੰਨੇ ਕਮੈਂਟਸ ਜੇ ਸਾਂਝੇ ਕਰੀਏ ਤੇ ਫਿਰ ਬਾਕੀ ਕਾਲਸ ਨਹੀਂ ਲੈ ਸਕਦੇ। ਪਰ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਸ ਅੱਜ ਦੇ ਸ਼ੋਅ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਨਵੇਂ ਅਕਾਲੀ ਦਲ ਦਾ ਜਾਂ ਜਿਹੜੇ ਅਕਾਲੀ ਦਲ ਬਾਦਲ ਨੂੰ ਰਿਪਲੇਸ ਕੀਤਾ ਆਪਣੇ ਵੱਲੋਂ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਨੇ, ਇਹਦਾ ਪੰਜਾਬ ਦੀ ਰਾਜਨੀਤੀ 'ਤੇ ਕੀ ਅਸਰ ਪਊਗਾ ਇਹ ਤਾਂ ਸਮਾਂ ਹੀ ਦੱਸੂਗਾ। ਪਰ ਅੱਜ ਦੀ ਤਰੀਕ ਦੇ ਵਿੱਚ ਇੱਕ ਗੱਲ ਬੜੀ ਪੱਕੀ ਆ ਕਿ ਇੱਕ ਬੜੀ ਦਿਲਚਸਪ ਪੋਜੀਸ਼ਨ ਆਪਣੇ ਸਾਹਮਣੇ ਆ ਗਈ ਆ। ਕਾਂਗਰਸ ਇੱਕ ਪਾਸੇ, 4 ਅਕਾਲੀ ਦਲ ਦੂਜੇ ਪਾਸੇ, ਉਧਰ ਤੀਜਾ ਫਰੰਟ ਵੀ 2 ਜਾਂ 3 ਹਿੱਸਿਆਂ 'ਚ ਵੰਡਿਆ ਵਾ। ਸੋ ਅਗਲੀਆਂ ਚੋਣਾਂ ਦੇ ਵਿੱਚ ਕੀ ਹੋਊਗਾ, ਅਗਲੇ ਕੁਝ ਮਹੀਨਿਆਂ ਦੇ ਵਿੱਚ ਕੀ ਹੋਊਗਾ, ਇਹ ਆਪਾਂ ਸਾਰੇ ਦੇਖਾਂਗੇ ਔਰ ਇਹਦੇ ਬਾਰੇ ਆਪਾਂ ਵਿਚਾਰ ਚਰਚਾ ਵੀ ਕਰਦੇ ਰਵਾਂਗੇ। ਸੋ ਹੁਣ ਦਿਓ ਮੈਨੂੰ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਰੱਬ ਰਾਖਾ। This program is sponsored by Prime Link Express, a Gurmeet Madi, Union Truck Stop, Bakersfield, Sukhi Kuman,